हाँ जी प्यारे बच्चों, ਅੱਜ ਤਾਰੀਖ ਹੈਗੀ ਆਪਣੇ ਕੋਲੇ 26 ਦਸੰਬਰ 2023 ਤੇ ਅੱਜ ਆਪਾਂ ਦੂਜੀ ਜਿਹੜੀ ਛੁੱਟੀ ਆ ਆਪਣੇ ਕੋਲੇ। ਕੱਲ ਵੀ ਆਪਾਂ ਲੈਕਚਰ ਲਿੱਤਾ ਸੀ 25 ਤਰੀਕ ਨੂੰ। ਅੱਜ ਆਪਾਂ 26 ਤਰੀਕ ਨੂੰ ਸੈਕਿੰਡ ਲੈਕਚਰ ਜਿਹੜਾ ਸੈਕਿੰਡ ਕਲਾਸ ਜਿਹੜੀ ਆ ਉਹ ਲੈਣ ਜਾ ਰਹੇ ਆਪਾਂ। ਤਾਂ ਕੱਲ ਵਾਲੇ ਟੌਪਿਕ ਨੂੰ ਹੀ ਆਪਾਂ ਕੰਟੀਨਿਊ ਕਰਾਂਗੇ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਡਿਊਲ ਨੇਚਰ ਆਫ ਮੈਟਰ ਵਾਲਾ। ਉਸ ਟੌਪਿਕ ਨੂੰ ਹੀ ਆਪਾਂ ਕੰਟੀਨਿਊ ਕਰਕੇ ਦੁਬਾਰਾ ਰਿਵਾਈਜ਼ ਕਰਦੇ ਹਾਂ ਉਦੋਂ। ਠੀਕ ਹੈ ਜੀ, ਸੋ ਅੱਜ ਸਟਾਰਟ ਕਰਦੇ ਹਾਂ ਆਪਾਂ। ਵੀਡੀਓਜ਼ ਆਫ ਕਰ ਲਓ ਬੱਚੇ ਸਾਰੇ, वीडियो सारे ऑफ कर लो, माइक भी ऑफ कर लो। जो किसी ने कुछ भी पूछना है तो प्लीज ऑन कर लियो, ठीक है। जो किसी ने कुछ भी पूछना होया तो उस टाइम अपना माइक ऑन करके बोलियो, बाकी टाइम ऑफ रखियो। तो कल वाले ग्राफ पहला दसो समझ आ गई सी, कुछ पूछना डाउट हैगा? कल वाले मैं ग्राफ ਜਿਹੜੇ ਹੈਗੇ ਨੇ ਦੁਬਾਰਾ ਡਰਾ ਕਰ ਰਹੇ ਹਾਂ ਜਸਟ ਆਪਣੇ ਕੋਲੇ। ਸਭ ਤੋਂ ਪਹਿਲਾ ਗ੍ਰਾਫ ਤਾਂ ਆਪਣੇ ਕੋਲੇ ਕਿਹੜਾ ਸੀਗਾ ਬੇਟਾ? ਦੈਟ ਇਜ਼ ਇੱਥੇ ਸੀਗਾ ਆਪਣੇ ਕੋਲੇ ਇੰਟੈਂਸਿਟੀ, ਤੇ ਇੱਥੇ ਕਿਸੇ ਆਪਣੇ ਕੋਲੇ ਕਰੰਟ आई। इंटेंसिटी मैंने क्या ਹੁੰਦਾ ਸੀ ਵੀ नंबर ऑफ बच्चे की है फोटोन्स, है ना। ਇਹਦਾ ਗ੍ਰਾਫ ਕਿਵੇਂ ਆਉਂਦਾ ਸੀ ਆਪਣੇ ਕੋਲ? ਇੱਕ ਗ੍ਰਾਫ ਕਿਵੇਂ ਆਉਂਦਾ ਸੀ? ਇੱਕ ਸਟ੍ਰੇਟ ਲਾਈਨ, ਯਾਦ ਹੋਗਾ, ਦੈਟ ਵਾਸ ਅ ਸਟ੍ਰੇਟ ਲਾਈਨ ਗ੍ਰਾਫ, है ना। ਤਾਂ ਸਟ੍ਰੇਟ ਲਾਈਨ ਗ੍ਰਾਫ ਤੋਂ ਕੀ ਪਤਾ ਲੱਗਦਾ ਸੀ ਵੀ ਜਿੰਨੇ ਨੰਬਰ ਆਫ ਫੋਟੋਨਸ ਵਧਾਈ ਜਾਓਗੇ, ਜੇ ਆਪਾਂ 50 ਫੋਟੋਨ ਮਾਰੇ ਨੇ ਤਾਂ ਆਪਣੇ ਕੋਲੇ ਉਮੀਦ ਹੈ ਵੀ 50 ਬਾਰ ਨਿਕਲਣਗੇ ਉਧਰੋਂ ਫੋਟੋ ਇਲੈਕਟ੍ਰੋਨਸ। ਜਿਹੜੇ ਇਲੈਕਟ੍ਰੋਨਸ ਨੇ ਉਹ 50 ਬਾਰ ਆਣਗੇ। ਆ ਕੀ ਮਾਰੇ ਨੇ ਮੈਨੇ? फोटोन्स ਜਿਹੜੇ ਕਿ ਕਿਹਦੇ ਨਾਲ ਰਿਲੇਟਡ ਨੇ? ਇੰਟੈਂਸਿਟੀ ਨਾਲ ਰਿਲੇਟਡ ਨੇ। ਕਿਹਦੇ ਨਾਲ ਪੁੱਤ? ਬੋਲੋ। इंटेंसिटी। ਹਾਂਜੀ, ਜੇ ਮੰਨ ਲਓ 100 ਮਾਰੂੰਗਾ ਫੋਟੋਨਸ ਤਾਂ ਹੋ ਸਕਦਾ 100 ਬਾਰ ਆਣ, ਪਰ ਇਹ 50 ਪਹੁੰਚਣਗੇ ਜਾਂ ਨਹੀਂ ਪਹੁੰਚਣਗੇ ਇਹ ਨੋਡ ਤੇ, ਇਹ ਜ਼ਰੂਰੀ ਨਹੀਂ ਹੈਗਾ। ਇਹ 100 ਪਹੁੰਚਣਗੇ ਜਾਂ ਨਹੀਂ ਪਹੁੰਚਣਗੇ ਇਹ ਨੋਡ ਤੇ, ਜ਼ਰੂਰੀ ਨਹੀਂ ਹੈਗਾ, ਹਨਾ। ਕੁਝ ਕੇ ਜੋ ਪਹੁੰਚ ਜਾਂਦੇ ਨੇ, ਕੁਝ ਨਹੀਂ ਪਹੁੰਚਦੇ, ਠੀਕ ਹੈ। ਤਾਂ ਸਾਰਿਆਂ ਨੂੰ ਪਹੁੰਚਾਉਣ ਦੇ ਲਈ ਆਪਾਂ ਕੀ ਅਪਲਾਈ ਕਰਦੇ ਸੀਗੇ? ਸਾਰਿਆਂ ਨੂੰ ਪਹੁੰਚਾਉਣ ਦੇ ਲਈ ਆਪਾਂ ਕੀ ਅਪਲਾਈ ਕਰਦੇ ਸੀ? ਪੋਟੈਂਸ਼ੀਅਲ। ਜਦੋਂ ਪੋਟੈਂਸ਼ੀਅਲ ਆਪਣੇ ਕੋਲੇ 0 ਹੁੰਦਾ ਸੀ ਤਾਂ ਜੇ ਆਪਾਂ 50 ਫੋਟੋਨਸ ਮਾਰੇ ਨੇ ਤਾਂ ਉਹਦੇ ਵਿੱਚੋਂ 30 ਕੁ ਇਲੈਕਟ੍ਰੋਨ ਹੀ ਕੀ ਕਰਦੇ ਸੀ? ਪਹੁੰਚ ਜਾਂਦੇ ਸੀ। ਇਸ ਕਰਕੇ ਗ੍ਰਾਫ ਦੇ ਵਿੱਚ ਜਿਹੜਾ ਆਪਣੇ ਕੋਲ ਕਲਰ ਆਪਾਂ ਇੱਥੋਂ ਸਟਾਰਟ ਕਰਦੇ ਸੀ ਕਿ ਜਦੋਂ ਪੋਟੈਂਸ਼ੀਅਲ 0 ਹੈ ਉਦੋਂ ਫੋਟੋਨ ਕਿੰਨੇ ਮਾਰੇ ਨੇ? 50। ਮਤਲਬ ਕੈਥੋਡ ਦੇ ਉੱਤੇ ਜਿਹੜੇ ਫੋਟੋਨ ਮਾਰੇ ਨੇ ਉਹ ਕਿੰਨੇ ਮਾਰੇ ਨੇ ਆਪਾਂ ਨੇ? 50 ਮਾਰੇ ਨੇ। ਪਰ ਇਲੈਕਟ੍ਰੋਨ ਕਿੰਨੇ ਨਿਕਲੇ ਨੇ ਬੱਚੇ ਆਪਣੇ ਕੋਲੇ? ਇਲੈਕਟ੍ਰੋਨ ਕਿੰਨੇ ਨਿਕਲੇ ਨੇ? 50 ਹੀ ਨਿਕਲੇ ਨੇ। ਲੈਟਸ ਸਪੋਜ਼ 50 ਫੋਟੋਨ ਮਾਰੇ, 50 ਇਲੈਕਟ੍ਰੋਨ ਬਾਹਰ ਨਿਕਲ ਗਏ, ਪਰ ਇਹਦੇ ਚੋਂ ਸਿਰਫ ਐਨੋਡ ਤੇ ਕਿੰਨੇ ਪਹੁੰਚੇ ਆਪਣੇ ਕੋਲੇ? 30 ਪਹੁੰਚੇ। ਬਾਕੀ ਟੱਕਰਾ ਟੁਕਰਾ ਮਾਰ ਕੇ ਇਧਰ ਉਧਰ ਹੀ ਰੁਕ ਗਏ ਆਪਣੇ ਕੋਲੇ, ਹੈ ਨਾ। ਉਧਰ ਪਹੁੰਚ ਨਹੀਂ ਪਾਏ ਹੈਗੇ ਬਾਈ ਐਨੀ ਰੀਜ਼ਨ। ਜਦੋਂ ਕੀ ਸੀਗਾ? ਪੋਟੈਂਸ਼ੀਅਲ ਕਿੰਨਾ ਸੀਗਾ? 0 ਸੀ। ਜਿਉਂ ਆਪਾਂ ਪੋਟੈਂਸ਼ੀਅਲ ਵਧਾ ਰਹੇ ਸੀ, ਠੀਕ ਹੈ, ਕੈਥੋਡ ਤੇ ਨੈਗੇਟਿਵ ਵਧਾਈ ਜਾਵਾਂਗੇ, ਇਧਰ ਪੋਜ਼ਿਟਿਵ ਵਧਾਈ ਜਾਵਾਂਗੇ, ਤੇ ਉਹ ਤੋਂ ਕੀ ਹੋ ਜਾਊਗਾ ਆਪਣੇ ਕੋਲੇ? 30 ਤੋਂ 35, 35 ਤੋਂ 40, 40 ਤੋਂ 45, 45 ਤੋਂ ਵੱਧ ਕਿੰਨੇ ਹੋ ਸਕਦੇ ਨੇ? 50, ਕਿਉਂਕਿ 50 ਹੀ ਨਿਕਲ ਕੇ ਆ ਰਹੇ ਨੇ। ਤਾਂ ਇਸ ਕਰਕੇ ਦਾ ਗ੍ਰਾਫ ਆਪਣੇ ਕੋਲੇ ਇਸ ਤਰ੍ਹਾਂ ਦਾ ਉਰੇ ਜਾ ਕੇ ਸੈਚੂਰੇਟ ਹੋ ਜਾਂਦਾ ਸੀਗਾ। ਇਹ ਆਪਣੇ ਕੋਲ ਕਿਹੜਾ ਕਰੰਟ ਸੀ? ਸੈਚੂਰੇਸ਼ਨ ਕਰੰਟ। ਤੁਹਾਨੂੰ ਯਾਦ ਹੋਗਾ ਕਿਹੜਾ ਕਰੰਟ ਸੀਗਾ? ਸੈਚੂਰੇਸ਼ਨ, ਕਿਉਂਕਿ 50 ਹੀ ਫੋਟੋਨਸ ਮਾਰੇ ਨੇ ਆਪਾਂ ਨੇ ਮੈਕਸਿਮਮ। ਬਟ ਜੇ ਮੈਂ ਉਲਟਾ ਕਰਦਾ, ਇਧਰ ਪੋਜ਼ਿਟਿਵ ਪੋਟੈਂਸ਼ੀਅਲ ਕਰਦਾ, इधर केड़ा पोटेंशियल करता बच्चे? नेगेटिव। कैथोड ते मैंने करता पॉजिटिव, एनोड ते मैंने की करता बच्चे? नेगेटिव, है ना। तो उल्ट पोटेंशियल करता, देन की होगा अपने को 50 तो कट के, सॉरी पहला जो 0 से पोटेंशियल उदो किन्ने जा रहे सी? 30। हुण 30 तो भी कट जाएंगे, 30 तो कट के किन्ने रह जाएंगे? 25, फिर किन्ने रह जाएंगे? 20, फिर किन्ने रह जाएंगे? 15, देन 10, देन 5, देन 1। ये 1 वाली कहानी बड़ी इंपॉर्टेंट है। देन 0। देन अपने को इस ग्राफ ਨੂੰ ਆਪਾਂ ਜੇ ਰੀਅਲਾਈਜ਼ ਕਰੀਏ ਤਾਂ ਇਹਦਾ ਗ੍ਰਾਫ ਇੱਥੇ ਜਾ ਰਿਹਾ ਸੀਗਾ। ਤਾਂ ਇੱਥੇ ਇੱਕ ਨਵਾਂ ਪੋਟੈਂਸ਼ੀਅਲ ਬਣ ਰਿਹਾ ਸੀ ਜਿਹਦਾ ਕੀ ਨਾਮ ਸੀ ਵੀ? ਹਰਪ੍ਰੀਤ, ਕੀ ਨਾਮ ਸੀ ਇਹਦਾ ਬੇਟੇ? ਮਾਈਕ ਔਨ ਕਰਕੇ ਦੱਸੋ ਬਤੋ, ਕੀ ਨਾਮ ਸੀ ਇਹਦਾ? ਸਟਾਪਿੰਗ ਪੋਟੈਂਸ਼ੀਅਲ। ਹਾਂਜੀ, ਇਹਦਾ ਨਾਮ ਕੀ ਸੀਗਾ? ਸਟਾਪਿੰਗ ਪੋਟੈਂਸ਼ੀਅਲ, ਠੀਕ ਹੈ। ਸੋ ਇਹਦਾ ਨਾਮ ਸੀਗਾ ਆਪਣੇ ਕੋਲੇ ਸਟਾਪਿੰਗ ਪੋਟੈਂਸ਼ੀਅਲ। ਸਟਾਪਿੰਗ ਪੋਟੈਂਸ਼ੀਅਲ ਉਹ ਪੋਟੈਂਸ਼ੀਅਲ ਸੀ ਜਿਹੜਾ ਲਾਸਟ ਵਾਲਾ ਇਲੈਕਟ੍ਰੋਨਸ ਜਿਹੜੇ ਹੈਗੇ ਨੇ, ਲਾਸਟ ਵਾਲੇ ਇਲੈਕਟ੍ਰੋਨਸ ਜਿਹੜੇ ਸਭ ਤੋਂ ਹਾਈਐਸਟ ਕਾਈਨੈਟਿਕ એનર્ਜੀ ਵਾਲੇ ਇਲੈਕਟ੍ਰੋਨਸ ਨੇ, ਤੁਹਾਨੂੰ ਯਾਦ ਹੋਗਾ ਆਪਾਂ ਕੱਲ ਵੀ ਦੱਸਿਆ ਸੀਗਾ, ਉਹਨਾਂ ਨੂੰ ਕੀ ਕਰਦਾ? ਰੋਕਣ ਦਾ ਕੰਮ ਕਰਦਾ ਹੈ। ਇਸੇ ਕਰਕੇ ਆਪਣੇ ਕੋਲ ਇਕੁਏਸ਼ਨ ਕੀ ਬਣੀ ਸੀ? E V0 = ਹਾਫ m v max ਦਾ ਕੀ ਬਣੀ ਸੀ ਆਪਣੇ ਕੋਲੇ? ਸਕੁਆਇਰ। ਤੁਹਾਨੂੰ ਯਾਦ ਹੋਗਾ, ਹੈ ਨਾ। ਤੇ ਆਪਾਂ ਦੋ ਚੀਜ਼ਾਂ ਹੋਰ ਕੀ ਸਟੱਡੀ ਕੀਤੀਆਂ ਸੀ? ਜੇ ਆਪਾਂ ਫ੍ਰੀਕੁਐਂਸੀ ਨੂੰ ਵਧਾ ਦਈਏ, ਫ੍ਰੀਕੁਐਂਸੀ ਨੂੰ ਧਿਆਨ ਨਾਲ ਸੁਣੋ ਪਤਾ, ਜਿਹੜੀ ਮੇਨ ਚੀਜ਼ ਕੱਲ ਆਪਣੇ ਕੋਲੇ ਕੱਲ ਵੀ ਕਨਸੈਪਟ ਸੀ, ਅੱਜ ਵੀ ਕਨਸੈਪਟ ਹੈ ਕਿ ਜੇ ਆਪਾਂ ਫ੍ਰੀਕੁਐਂਸੀ ਨੂੰ ਵਧਾਉਂਦੇ ਆ, ਹੈ ਨਾ, फ्रीक्वेंसी नहीं बताई है कल, तो इट मीनस बेसिकली जो आप एनर्जी मार रहे हैं, जो एनर्जी मार रहे हैं सिर्फ उन्होंने बताया है। प्लीज इन्होंने नोट डाउन कर लियो।
ਜੇ ਫ੍ਰੀਕੁਐਂਸੀ ਵਧਾਈ ਹੈ ਤਾਂ ਇਟ ਮੀਨਸ ਆਪਾਂ ਕੀ ਵਧਾਇਆ, એનર્ਜੀ ਵਧਾਇਆ। ਕੀ ਨਹੀਂ ਵਧਾਇਆ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਇੰਟੈਂਸਿਟੀ ਨਹੀਂ ਵਧਾਈ ਆਪਾਂ ਨੇ, ਇੰਟੈਂਸਿਟੀ ਨਹੀਂ ਵਧਾਈ, ਇੰਟੈਂਸਿਟੀ ਸੇਮ ਹੈ ਆਪਣੇ ਕੋਲੇ, ਯਾਨੀ ਕਿ ਆਪਾਂ ਕੀ ਨਹੀਂ ਵਧਾਏ, ਨੰਬਰ ਆਫ ਫੋਟੋਨਸ ਜਿਹੜੇ ਇੰਸੀਡੈਂਟ ਹੋਣੇ ਨੇ ਉਹ ਵੀ ਨਹੀਂ ਵਧਾਏ ਆਪਾਂ ਨੇ। ਜੇ એનર્ਜੀ ਵਧਾਈ ਹੈ ਤਾਂ ਇਹਦੇ ਕੋਰਸਪੋਂਡ ਕੀ ਵੱਜੂਗੀ, ਜਿਹੜਾ ਇਲੈਕਟ੍ਰੋਨ ਬਾਹਰ ਨਿਕਲ ਰਿਹਾ ਹੈ ਨਾ, ਤਾਂ ਬੇਸਿਕਲੀ ਉਹਦੀ ਕੀ ਵੱਜੂਗੀ, ਮੈਕਸਿਮਮ ਕੈਨੇਟਿਕ એનર્ਜੀ ਵਧੂਗੀ। ਜੇ ਮੈਕਸਿਮਮ ਕੈਨੇਟਿਕ એનર્ਜੀ ਵਧੂਗੀ ਤਾਂ ਉਸਨੂੰ ਰੋਕਣ ਲਈ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਹੋਊਗਾ ਆਪਣੇ ਕੋਲੇ। ਤਕਵੀਰ ਤੇਰੀ ਆਵਾਜ਼ ਨਹੀਂ ਆ ਰਹੀ ਪੁੱਤ, ਬਾਰ ਬਾਰ ਮਾਈਕ ਔਨ ਕਰਕੇ ਬੋਲ ਰਿਹਾ ਬਟ ਇੱਥੇ ਸਾਊਂਡ ਨਹੀਂ ਆ ਰਹੀ ਉੱਪਰ। ਤਾਂ ਉਹਦਾ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਹੋ ਜਾਊਗਾ ਬੱਚੇ, ਰਾਈਜ਼ ਕਰ ਜਾਊਗਾ। ਇਹਨੂੰ ਗ੍ਰਾਫ ਨੂੰ ਧਿਆਨ ਨਾਲ ਲੀਡ ਕਰੋ। ਜੇ ਫ੍ਰੀਕੁਐਂਸੀ ਵਧੂਗੀ ਤਾਂ એનર્ਜੀ ਵਧੂਗੀ, એનર્ਜੀ ਵਧੂਗੀ ਤਾਂ ਜਿਹੜਾ ਇਲੈਕਟ੍ਰੋਨ ਬਾਹਰ ਨਿਕਲ ਰਿਹਾ ਉਹਦੀ ਮੈਕਸਿਮਮ ਕੀ ਵੱਜੂਗੀ, ਕੈਨੇਟਿਕ એનર્ਜੀ ਵੱਜੂਗੀ। ਜੇ ਉਹ ਵੱਧ ਗਈ ਤਾਂ ਉਹਨੂੰ ਰੋਕਣ ਲਈ ਕੀ ਵੱਜੂਗਾ, ਸਟਾਪਿੰਗ ਪੋਟੈਂਸ਼ੀਅਲ ਵੱਜੂਗਾ। ਪਰ ਕੀ ਨਹੀਂ ਵਧੂਗਾ ਇਹਦੇ ਚ, ਹੋਰ ਕੀ ਨਹੀਂ ਵਧੂਗਾ ਇਸੇ ਪਾਸੇ, ਆਹ ਵਾਲੇ ਪਾਸੇ ਆਪਾਂ ਜਾਈਏ, ਆਹ ਵਾਲੇ ਪਾਸੇ ਕੀ ਨਹੀਂ ਵੱਧ ਰਿਹਾ। ਤੀਜੀ ਚੀਜ਼ ਕੀ ਹੈ, ਸੈਚੂਰੇਸ਼ਨ, ਕਰੰਟ ਸੈਚੂਰੇਸ਼ਨ, करंट सैचुरेशन ये नहीं बढ़ रही। करंट सैचुरेशन मतलब आ वाली चीज, इधर देखो ध्यान, करंट सैचुरेशन मतलब आ वाली चीज, क्योंकि मैक्सिमम नंबर ऑफ फोटो इलैक्ट्रॉन्स ने, मैक्सिमम नंबर ऑफ वो अपने को डिपेंड करते हैं कि किन्ने डिग रहे हैं। जो डिगन वाले फिक्स ने तो बाहर निकलने वाले भी की होंगे, फिक्स ही होंगे अपने को। तो जब मैं फ्रीक्वेंसी बताऊंगा तो ग्राफ इस तरह होगा, रेड की बजाय मैं जे वायलेट कलर यूज करूंगा, देखो तो मेरे को ग्राफ जो है दैट विल बी लाइक दिस। मैं कल भी बना के दिखाया सीगा, दोबारा दसना थोड़ा जिहा मैं इसको, ये उत्ते उत्ते ग्राफ लीड करूंगा। ये सैचुरेशन करंट सेम रहूगा अपने को। तो ये अपने को वी नोट आ गया किहड़े कलर के लिए, वायलेट के लिए अपने को, ठीक है ना। जब आप इंटेंसिटियां अलग अलग रखते हैं, फ्रीक्वेंसी सेम रखते हैं, मान लो इंटेंसिटी आप मान लो अपने को वायलेट कलर ही पा रहा है, मैं एक बार गुड़ा वायलेट मार रहा है, एक बार फिक्का वायलेट मार रहा है, ठीक है। या आप करते हैं ग्रीन ला लेना, मेरे को दोनों ग्रीन कलर है, लाइट ते डार्क। मान लो मैं ग्रीन लाइट मारा, ग्रीन लाइट, देन मेरे को ग्राफ इस तरह का होगा। और मैं इंटेंसिटी अलग अलग मारना है, ध्यान रखियो। फ्रीक्वेंसी की रख रहे हैं सेम, फ्रीक्वेंसी मतलब ग्रीन कलर, इंटेंसिटी मीनस नंबर ऑफ फोटोन्स। हम इंटेंसिटी जी है उन्होंने की कर रहे हैं, राइज कर रहे हैं। जे इंटेंसिटी राइज हो रही है तो की राइज हो रहा है पुत्र, इतने ग्राफ नाम आ गया अपना, नंबर ऑफ फोटोन्स राइज हो जाएंगे, नंबर ऑफ फोटोन्स राइज हो जाएंगे तो नंबर ऑफ फोटो इलैक्ट्रॉन्स जो बाहर आ रहे हैं वो राइज कर जाएंगे। जो राइज कर गए तो अपने को करंट की वैल्यू, और किहड़ा करंट दी अपने को, सैचुरेशन करंट दी, सैचुरेशन करंट की वैल्यू की हो जाएगी, राइज हो जाएगी। की नहीं होगा, मैं रेड इधर लिख रहा कि नहीं होगा ਉਹਦੀ એનર્ਜੀ ਵਿੱਚ, ਉਹਦੀ फ्रीक्वेंसी पहली गल तो की नहीं हो रही, चेंज नहीं कर रहे आप, इंटेंसिटी चेंज करना अपने आप चेंज हो नहीं सकती। तो इट मीनस इस तो बाद जब जाइए फ्रीक्वेंसी चेंज नहीं हुई तो एनर्जी चेंज नहीं हुई, जे एनर्जी चेंज नहीं हुई तो मैक्सिमम कैनेटिक एनर्जी चेंज नहीं हुई, जे ये चेंज नहीं हुई तो अपने को स्टॉपिंग पोटेंशियल वो भी की नहीं होगा, चेंज नहीं होगा। ग्रीन वाला चेंज होने वाला, रेड वाला चेंज नहीं होने वाला। पहले वेरी पता गल, यस सर, ओके यस सर। हाँ जी। हुन मैं डार्क ग्रीन ला लेना, डार्क ग्रीन का मतलब मैंने इंटेंसिटी बढ़ाई है, आ वाली चीज बढ़ाती, मैंने इंटेंसिटी बढ़ाती। तो देखो की नहीं बदनी, स्टॉपिंग पोटेंशियल तो चेंज नहीं होना, दैट मीन स्टार्ट तो आप होर भी करांगे, पर की बढ़ूगा, सैचुरेशन करंट की वैल्यू की होएगी, बढ़ूगी। दैट मीन ग्राफ जो है दैट विल बी गो लाइक दिस। ये आ गया I1, ठीक है, आ गया I2। देखो जो इंटेंसिटी बढ़ाई, डार्क गुड़ा करता तो नंबर ऑफ फोटोन्स की हो गए, ज्यादा हो गए तो सैचुरेशन करंट की वैल्यू बढ़ जाएगी, पर की नहीं चेंज होगा, बोलो भी की चेंज नहीं हुआ, स्टॉपिंग पोटेंशियल। वेरी गुड। हाँ जी, तो आप कंक्लूजन की कटे, हाँ कंक्लूजन आप दो बार दसना है। पहला कंक्लूजन दसना है सैचुरेशन करंट बारे, है ना। दूसरा कंक्लूजन दसना अपने ये बारे, स्टॉपिंग पोटेंशियल बारे। हाँ दसो, जो सैचुरेशन करंट है मैं इतने लिख रहा इंटेंसिटी, इतने लिख रहा फ्रीक्वेंसी, ठीक है। तो सैचुरेशन करंट किते डिपेंड करता है, इंटेंसिटी डिपेंड करता भी। हाँ भी कृषदीप, कृषदीप
माइक ऑन कर लो पुੱਤ। यस सर। हाँ यस कृष्णदीप, सर। ਸੈਚੂਰੇਸ਼ਨ ਕਰੰਟ ਜਿਹੜਾ ਹੈਗਾ ਉਹ ਇੰਟੈਂਸਿਟੀ ਤੇ ਡਿਪੈਂਡ ਕਰ ਰਿਹਾ ਜਾਂ ਨਹੀਂ ਕਰ ਰਿਹਾ? यस सर कर रहे जी। ਓਕੇ ਕਰ ਰਿਹਾ। ਅਰਸ਼ਦੀਪ ਕੌਰ ਮਾਈਕ ਔਨ ਕਰ ਲਾ ਪੁੱਤ। ਇਹ ਫ੍ਰੀਕੁਐਂਸੀ ਤੇ ਡਿਪੈਂਡ ਕਰ ਰਿਹਾ ਜਾਂ ਨਹੀਂ ਕਰ ਰਿਹਾ? ਸੈਚੂਰੇਸ਼ਨ ਕਰੰਟ ਯਾਨੀ ਕਿ ਆਹ ਵਾਲੀ ਚੀਜ਼ ਜਿਹੜੀ ਹੈਗੀ ਹੈ ਟੌਪ ਵਾਲੀ ਚੀਜ਼, ਇਹ ਫ੍ਰੀਕੁਐਂਸੀ ਤੇ ਡਿਪੈਂਡ ਕਰ ਰਹੀ ਹੈ ਨਹੀਂ ਕਰ ਰਹੀ? नो सर। ਇਹ ਤੇ ਡਿਪੈਂਡ ਨਹੀਂ ਕਰਦੀ। ਆ ਦੇਖੋ ਪਿਛਲੇ ਗ੍ਰਾਫ 'ਚ ਧਿਆਨ ਨਾਲ ਦੇਖੋ, ਜਿਹੜਾ ਸੈਚੂਰੇਸ਼ਨ ਕਰੰਟ ਹੈ, ਇਹ ਸੈਚੂਰੇਸ਼ਨ ਕਰੰਟ ਹੈ, ਫ੍ਰੀਕੁਐਂਸੀ ਆਪਾਂ ਵਧਾਈ ਸੀ, ਦੇਖੋ ਇਸ 'ਚ ਵਧਾਈ ਸੀ, ਸਟਾਪਿੰਗ पोटेंशियल ਤੇ ਫਰਕ ਪਿਆ ਪਰ ਸੈਚੂਰੇਸ਼ਨ ਕਰੰਟ ਤੇ ਕੋਈ ਫਰਕ ਨਹੀਂ ਪਿਆ। नहीं। इधर क्या हो आ गया। अच्छा ਹੁਣ ਆ ਗਈ ਗੱਲ ਸਟਾਪਿੰਗ पोटेंशियल ਦੀ। ਸਟਾਪਿੰਗ पोटेंशियल ਮਤਲਬ ਇਹਦੇ ਬਾਰੇ ਦੇਖੋ, ਹੁਣ ਉਰੇ ਜੇ ਆਪਾਂ ਇੰਟੈਂਸਿਟੀ ਵਧਾਈ ਸੀ, ਇੰਟੈਂਸਿਟੀ ਦੇਖੋ I1 ਤੋਂ I2 ਕੀਤੀ ਸੀ ਆਪਾਂ ਨੇ, ਕੀਤੀ ਸੀ ਨਾ I1 ਤੋਂ I2, ਕੀ ਸਟਾਪਿੰਗ पोटेंशियल ਦੇ ਉੱਤੇ ਇੰਟੈਂਸਿਟੀ ਦਾ ਅਸਰ ਪੈ ਰਿਹਾ ਕੋਈ? ਜੇ ਇੰਟੈਂਸਿਟੀ ਵਧਾ ਘਟਾ ਦਈਏ ਸਟਾਪਿੰਗ पोटेंशियल ਤੇ ਕੋਈ ਅਸਰ ਪੈਂਦਾ? ਹਾਂ ਵੀ ਬੋਲੋ ਕੋਈ ਵੀ ਜਨਾਬ। ਅਮਨਦੀਪ ਸਿੰਘ ਪੈਂਦਾ ਸਰ। ਇਸ ਗ੍ਰਾਫ ਤੋਂ ਸਮਝਾ ਬੇਟਾ ਕਿਵੇਂ ਪਿਆ? ਸਰ ਆਪਣੀ ਸਟਾਪਿੰਗ ਪੋਟੈਂਸ਼ੀਅਲ ਵੱਧ ਰਹੀ ਹੈ ਜੀ, ਤਾਂ ਜਿਹੜੀ ਇੰਟੈਂਸਿਟੀ ਹੈ ਉਹ ਕਾਂਸਟੈਂਟ ਰਹਿ ਰਹੀ ਹੈ ਜੀ। ਇੰਟੈਂਸਿਟੀ ਹੈ ਕਾਂਸਟੈਂਟ ਜਾ ਓਕੇ ਰਹੀ ਹੈ। बेटा माइक ऑफ कर लो तो कोई गल नहीं। हाँ प्रभजोत दस पुत्र। प्रभजोत स्टॉपिंग पोटेंशियल ਜਿਹੜਾ ਹੈਗਾ ਹੈ ਕੀ ਹੋ ਰਿਹਾ? ਆ ਸਟਾਪਿੰਗ पोटेंशियल ਹੈ, ਆ ਦੋ ਅਲੱਗ-ਅਲੱਗ ਇੰਟੈਂਸਿਟੀ ਦੇ ਗ੍ਰਾਫ ਨੇ, ਕਿ ਇੰਟੈਂਸਿਟੀ ਚੇਂਜ ਕਰਨ ਨਾਲ ਸਟਾਪਿੰਗ पोटेंशियल ਤੇ ਫਰਕ ਪਿਆ ਕੋਈ? ਹੈ ਉੱਚੀ ਬੋਲੋ ਪੁੱਤਰ, ਆਵਾਜ਼ ਨਹੀਂ ਆ ਰਹੀ। ਪੈਂਦਾ ਨਹੀਂ ਹੈਗਾ ਸਰ ਫਰਕ। ਹਾਂਜੀ ਤਾਂ ਆਪਾਂ ਨੂੰ ਕਲੀਅਰ ਹੈ। ਦੇਖੋ ਜੇ ਆਪਾਂ ਇੰਟੈਂਸਿਟੀ ਚੇਂਜ ਕੀਤੀ ਹੈ, ਸਟਾਪਿੰਗ पोटेंशियल ਜਿਹੜੀ ਦੋਨੇ ਥਾਂ ਤੇ ਸੇਮ ਸਟਾਰਟ ਹੋ ਰਹੀ ਹੈ ਤੇ ਇੱਥੇ ਫਰਕ ਨਹੀਂ ਪੈਂਦਾ। ਹਾਂ ਜੇ ਆਪਾਂ ਪਿਛਲੇ ਵਾਲੇ ਗ੍ਰਾਫ ਨੂੰ ਦੁਬਾਰਾ ਦੇਖੀਏ, ਹੁਣ ਸਟਾਪਿੰਗ पोटेंशियल ਦੇਖੋ, ਜੇ ਆਪਾਂ ਫ੍ਰੀਕੁਐਂਸੀ ਚੇਂਜ ਕਰ ਰਹੇ ਆਪਾਂ ਰੈਡ ਤੋਂ ਵਾਇਲਟ ਤੇ ਜਾ ਰਹੇ ਹਾਂ, ਸਟਾਪਿੰਗ पोटेंशियल 'ਚ ਫਰਕ ਪਿਆ? ਬੋਲੋ ਵੀ ਤਾਂ ਫਰਕ ਪਿਆ ਹੈ ਨਾ। ਤਾਂ ਆਪਾਂ ਨੂੰ ਆਹ ਚੀਜ਼ਾਂ ਨੂੰ ਪਲੀਜ਼ ਧਿਆਨ ਨਾਲ ਨੋਟ ਕਰ ਲਓ, ਬੁੱਕ ਤੇ ਨੋਟ ਕਰ ਲਓ, ਚਾਹੇ ਆ ਦੋਨੇ ਚੀਜ਼ਾਂ ਮੇਨ ਸਭ ਤੋਂ ਇੰਪੋਰਟੈਂਟ ਨੇ। ਸੈਚੂਰੇਸ਼ਨ ਕਰੰਟ ਜਿਹੜਾ ਹੈਗਾ ਉਹ ਇੰਟੈਂਸਿਟੀ ਤੇ ਡਿਪੈਂਡ ਕਰਦਾ ਹੈ, ਫ੍ਰੀਕੁਐਂਸੀ ਤੇ ਡਿਪੈਂਡ ਨਹੀਂ ਕਰਦਾ। ਸਟਾਪਿੰਗ पोटेंशियल ਜਿਹੜਾ ਹੈਗਾ ਉਹ ਇੰਟੈਂਸਿਟੀ ਤੇ ਡਿਪੈਂਡ ਨਹੀਂ ਕਰਦਾ, ਫ੍ਰੀਕੁਐਂਸੀ ਤੇ ਕੀ ਕਰਦਾ? ਡਿਪੈਂਡ ਕਰਦਾ ਹੈ। समझ आ गया पुत्र? ਯੈਸ ਸਰ। Yes, sir. जस्सी समझ आया तेनू? कल किथे लुकिया होया सी जस्सी? सर कल मैं क्लास लाई थी सर, आवाज नहीं आ रही जब मैं। चल कोई गल नहीं, थोड़ा सिस्टम में कोशिश करो पुत्र ठीक करने दी। वैसे तो मैं रिकॉर्डिंग करके सारी यूट्यूब पे पा देना। माइक ऑफ कर लो बच्चे, नाल दी नाल माइक ऑफ कर लिया करो गल करने के बाद। बट फिर भी ਜਿਹੜੇ ਲਾਈਵ ਕਲਾਸ ਬੇਟਾ ਅਟੈਂਡੈਂਸ ਹੁੰਦੇ ਨਾ, ਜਿਹੜਾ ਆਪਣਾ ਧਿਆਨ ਹੁੰਦਾ ਉਹ ਆਫਲਾਈਨ ਜਿਹੜੀ ਆਪਣੇ ਕੋਲ ਵੈਸੇ ਰਿਕਾਰਡਡ ਕਲਾਸ ਹੁੰਦੀ ਹੈ ਉਹਦੇ ਵੱਲ ਧਿਆਨ ਨਹੀਂ ਹੁੰਦਾ ਸਿਰਫ। ਤਾਂ ਗੱਲ ਸਮਝ ਆ ਗਈ ਪੁੱਤ? ਇਹ ਇੱਥੇ ਤੱਕ ਸੀ ਆਪਣੇ ਕੋਲੇ ਗੱਲ ਇਹਦੇ ਅੰਦਰ। ਇਸ ਤੋਂ ਬਾਅਦ ਇੱਕ ਗ੍ਰਾਫ ਹੋਰ ਵੀ ਆਪਣੇ ਕੋਲੇ, ਥਰਡ ਗ੍ਰਾਫ, ਉਹ ਦੇਖੋ ਹੁਣ ਆਪਾਂ ਦੇਖਦੇ ਹਾਂ ਥਰਡ ਗ੍ਰਾਫ ਨੂੰ। ਇਹ ਗ੍ਰਾਫ ਸਮਝ ਆ ਗਏ ਵੀ ਦੋਨੇ? ਮੇਨ ਤਾਂ ਗ੍ਰਾਫ ਹੈ ਇਹਦੇ ਅੰਦਰ, ਸਮਝ ਆ ਗਿਆ ਪੁੱਤ? यस सर। ਜੇ ਕਿਸੇ ਨੂੰ ਕੋਈ ਦਿੱਕਤ ਹੈ ਪਲੀਜ਼ ਪੁੱਛ ਲਓ, ਹੁਣ ਨਹੀਂ ਪੁੱਛ ਲਓ ਨਾਲ ਦੀ ਨਾਲ ਬੇਟਾ, ਮੈਂ ਹੁਣ ਦੱਸ ਦਿੰਦਾ ਦੁਬਾਰਾ, ਕੋਈ ਇਸ਼ੂ ਨਹੀਂ ਹੈਗਾ। है तो फिर ऊंची बोलते रहे, माइक तो आवाज बहुत कट आ रही है, बोलो। चलो माइक ऑफ रखो पुत्र। हिमांशु, अमनदीप सिंह माइक ऑफ रखो अपना। हिमांशु सिंगला माइक ऑफ कर लो बच्चे अपना। हिमांशु माइक ऑफ कर लो पुत्र। हाँ जी, तो अगला ग्राफ देखो ਜਿਹੜਾ ਹੈਗਾ ਉਹ ग्राफ, वो भी ग्राफ बड़ा सिंपल है। ਇਹ ग्राफ 'ਚ ਕੀ ਹੈ ਕਿ ਇੱਕ ਪਾਸੇ ਆਪਣੇ ਕੋਲੇ ਕੀ ਹੈ, फ्रीक्वेंसी है, एक पासे अपने को फ्रीक्वेंसी है, ठीक है। केड़ी फ्रीक्वेंसी है? थ्रैशोल्ड फ्रीक्वेंसी है।
ਜਾਂ ਕੱਲੀ ਸਿੰਪਲ ਫ੍ਰੀਕੁਐਂਸੀ ਕਹਿ ਸਕਦੇ ਹਾਂ ਆਪਾਂ, ਸਿੰਪਲ ਫ੍ਰੀਕੁਐਂਸੀ ਲਿਖ ਲਓ ਇਸਨੂੰ, ਦੈਟ ਇਜ਼ ਅ ਫ੍ਰੀਕੁਐਂਸੀ। ਇੱਕ ਪਾਸੇ ਕੀ ਹੈ, ਸਟਾਪਿੰਗ ਪੋਟੈਂਸ਼ੀਅਲ ਹੈ। ਕਿਹੜਾ ਪੋਟੈਂਸ਼ੀਅਲ ਹੈ? ਸਟਾਪਿੰਗ ਪੋਟੈਂਸ਼ੀਅਲ। ਆਪਾਂ ਨੇ ਹੁਣੀ ਦੇਖਿਆ ਸੀ ਕਿ ਸਟਾਪਿੰਗ ਪੋਟੈਂਸ਼ੀਅਲ ਜਿਹੜਾ ਹੈਗਾ, ਜਿਹਨੂੰ ਆਪਾਂ ਵੀ ਨੋਟ ਨਾ ਕਹਿੰਦੇ ਆ, ਉਹ ਡਿਪੈਂਡ ਕਰਦਾ ਕਿਹਦੇ ਉੱਤੇ ਡਿਪੈਂਡ ਕਰਦਾ ਸੀ? ਫ੍ਰੀਕੁਐਂਸੀ ਤੇ ਕੀ ਕਰਦਾ ਸੀਗਾ? ਡਿਪੈਂਡ ਕਰਦਾ ਸੀ। ਦੇਖਿਆ ਸੀ ਨਾ ਆਪਾਂ ਨੇ ਹੁਣ, ਆਪਾਂ ਕਿਹਾ ਸੀ ਉਹ ਇੰਟੈਂਸਿਟੀ ਤੇ ਕੀ ਨਹੀਂ ਕਰਦਾ? ਡਿਪੈਂਡ ਨਹੀਂ ਕਰਦਾ। ਫ੍ਰੀਕੁਐਂਸੀ ਤੇ ਕੀ ਕਰਦਾ ਹੈ? ਡਿਪੈਂਡ ਕਰਦਾ ਹੈ। ਆਪਾਂ ਕਿਸੇ ਮੈਟਲ ਲਈ ਕੋਈ ਗ੍ਰਾਫ ਬਣਾਉਣਾ, ਦੇਖੋ ਮੈਟਲ ਲਈ ਗ੍ਰਾਫ ਬਣਾ ਰਿਹਾ, ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਵੀ ਕਿਸੇ ਵੀ ਮੈਟਲ ਚੋਂ ਕੋਈ ਵੀ ਮੈਟਲ ਲੈ ਲਿਆ ਆਪਾਂ ਨੇ, ਇਹ ਚੋਂ ਬਾਹਰ ਕੱਢਣ ਲਈ ਇੱਕ ਮੈਨੂੰ ਮਿਨੀਮਮ ਫ੍ਰੀਕੁਐਂਸੀ ਚਾਹੀਦੀ ਹੈ, ਜਿਸ ਨੂੰ ਆਪਾਂ ਕਿਹੜੀ ਫ੍ਰੀਕੁਐਂਸੀ ਕਹਿ ਦਿੰਦੇ ਆ? what we call that is the threshold frequency। ठीक है जी, प्लीज माइक ऑफ कर लिया करो कैन सर। कशदीप तेरा माइक भी ऑन है पुत्र। हाँ जी, तो ਉਹਦਾ ਨਾਮ ਕੀ ਆਪਣੇ ਕੋਲੇ? ਥ੍ਰੈਸ਼ੋਲਡ ਫ੍ਰੀਕੁਐਂਸੀ। ਠੀਕ ਹੈ, ਸੋ ਥ੍ਰੈਸ਼ੋਲਡ ਫ੍ਰੀਕੁਐਂਸੀ ਇਟ ਮੀਨਸ ਮੰਨ ਲਓ ਕਿ ਮੈਟਲ ਹੈ ਤਾਂ ਉਹਦੀ ਆਹ ਕੀ ਹੈ? ਮਿਨੀਮਮ ਫ੍ਰੀਕੁਐਂਸੀ ਹੈ, ਤਾਂ ਇਸ ਨੂੰ ਆਪਾਂ ਬੋਲਦੇ ਹਾਂ ਥ੍ਰੈਸ਼ੋਲਡ ਫ੍ਰੀਕੁਐਂਸੀ, ਜਿਸ ਨੂੰ ਆਪਾਂ ਨਿਊ ਨੋਟ ਨਾਲ ਕੀ ਕਰ ਦਾਂਗੇ? ਡਿਨੋਟ ਕਰ ਦਾਂਗੇ। ਉਸ ਤੋਂ ਬਾਅਦ ਆਪਣੇ ਕੋਲ ਸਟਾਪਿੰਗ ਪੋਟੈਂਸ਼ੀਅਲ ਹੈ, ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਪੁੱਤ ਫ੍ਰੀਕੁਐਂਸੀ ਦੇ। ਆਪਾਂ ਦੇਖਿਆ ਸੀ ਕਿ ਰੈੱਡ ਕਲਰ ਲਈ, ਜੇ ਧਿਆਨ ਨਾਲ ਦੇਖਿਆ ਆਪਾਂ, ਆ ਰੈੱਡ ਕਲਰ ਲਈ ਸਟਾਪਿੰਗ ਪੋਟੈਂਸ਼ੀਅਲ ਇੰਨਾ ਸੀ, ਯਾਨੀ ਕਿ ਰੈੱਡ ਵਾਲੀ ਫ੍ਰੀਕੁਐਂਸੀ ਲਈ ਰੈੱਡ ਦੀ ਫ੍ਰੀਕੁਐਂਸੀ ਘੱਟ ਹੁੰਦੀ ਹੈ, ਤੁਹਾਨੂੰ ਪਤਾ ਹੈ। ਵਾਇਲਟ ਦੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ, ਤਾਂ ਵਾਇਲਟ ਲਈ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਹੋ ਗਿਆ ਪੁੱਤ? ਰਾਈਜ਼ ਕਰ ਗਿਆ, ਨੈਗੇਟਿਵ ਚ ਵੱਧ ਗਿਆ। ਦੇਖੋ ਉਧਰ, ਇੱਧਰ ਨੈਗੇਟਿਵ ਚ ਘੱਟ ਵੈਲਿਊ ਹੈ, ਇੱਧਰ ਨੈਗੇਟਿਵ ਚ ਉਦੋਂ ਜ਼ਿਆਦਾ ਵੈਲਿਊ ਹੈ। ਜਿੰਨਾ ਫ੍ਰੀਕੁਐਂਸੀ ਵਧਾਉਂਦੇ ਜਾਵਾਂਗੇ, ਜਿਹੜਾ ਵੀ ਨੋਟ ਹੈ ਉਹ ਇੱਧਰ ਨੂੰ ਸ਼ਿਫਟ ਕਰਦਾ ਜਾਊਗਾ ਉਹਨਾਂ ਜ਼ਿਆਦਾ ਇਸ ਗ੍ਰਾਫ ਦੇ ਉੱਤੇ। ਤੇ ਇੱਥੇ ਮੈਨੂੰ ਕੀ ਪਤਾ ਲੱਗ ਰਿਹਾ ਸੀ ਕਿ ਜਿਹੜੀ ਵੀ ਨੋਟ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕੀ ਹੈ? ਫ੍ਰੀਕੁਐਂਸੀ ਹੈ। ਯਾਨੀ ਕਿ ਜਦੋਂ ਮੈਂ ਇਹਦਾ ਗ੍ਰਾਫ ਡਰਾ ਕਰਾਂ, ਇਹਦਾ ਗ੍ਰਾਫ ਕਿਹਾ ਜਾਊਗਾ ਆਪਣੇ ਕੋਲ? ਸਟ੍ਰੇਟ ਲਾਈਨ। ਆਹ ਦਾ ਗ੍ਰਾਫ ਆਇਆ। ਹੁਣ ਬੁੱਕ ਦੇ ਪਿੱਛੇ ਨਾ ਕੁਝ ਐਕਸਟਰਾਪੋਲੇਸ਼ਨ ਕੀਤੀ ਹੋਈ ਹੈ। ਐਕਸਟਰਾਪੋਲੇਸ਼ਨ ਦਾ ਮਤਲਬ ਹੁੰਦਾ ਹੈ ਵੀ ਮੈਨੇ ਗ੍ਰਾਫ ਨੂੰ ਐਕਸਟਰਾਪੋਲੇਟ ਕੀਤਾ ਹੋਇਆ ਹੈ, ਐਕਸਟਰਾ ਆਪਣੇ ਵੱਲੋਂ ਬਣਾਇਆ ਹੋਇਆ। ਐਕਸਟਰਾ ਕਿਵੇਂ ਹੋਣਾ? ਦੇਖੋ, ਇਹ ਐਗਜ਼ਿਸਟ ਨਹੀਂ ਕਰਦਾ, ਬਟ ਇਹਦੇ ਮੈਥਮੈਟਿਕਲ ਇੰਟਰਪ੍ਰੀਟੇਸ਼ਨ ਹੈਗੀਆਂ ਨੇ। ਗ੍ਰਾਫ ਪਿੱਛੇ ਨੂੰ ਕਿਉਂ ਨਹੀਂ ਐਗਜ਼ਿਸਟ ਕਰਦਾ? ਕਿਉਂਕਿ ਜੇ ਇਦੋਂ ਘੱਟ ਫ੍ਰੀਕੁਐਂਸੀ ਰੱਖੋਗੇ ਤੇ ਇਹ ਚੋਂ ਇਲੈਕਟ੍ਰੋਨ ਹੀ ਬਾਹਰ ਨਹੀਂ ਆਣਾ। ਜੇ ਇਲੈਕਟ੍ਰੋਨ ਹੀ ਬਾਹਰ ਨਹੀਂ ਆਇਆ ਤਾਂ ਕਿਹੜਾ ਇਫੈਕਟ ਨਹੀਂ ਹੋਇਆ? ਕਿਹੜਾ ਇਫੈਕਟ ਨਹੀਂ ਹੋਊਗਾ ਬੱਚੇ? ਫੋਟੋ ਇਲੈਕਟ੍ਰਿਕ। ਹਾਂਜੀ, ਫੋਟੋ ਇਲੈਕਟ੍ਰਿਕ ਇਫੈਕਟ, Photoelectric। ਫਿਰ ਉਹ ਹੋਣਾ ਹੀ ਨਹੀਂ ਹੈਗਾ, ਹੈ ਨਾ। ਫਿਰ ਤਾਂ ਇਹਦਾ ਕੋਈ, ਇਸ ਆਪਣੇ ਕੋਲ ਜੋ ਆਪਾਂ ਐਕਸਪੈਰੀਮੈਂਟ ਸਟੱਡੀ ਕਰ ਰਹੇ ਹਾਂ, ਇਹਦਾ ਕੋਈ ਮੀਨਿੰਗ ਹੀ ਨਹੀਂ ਰਹਿ ਗਿਆ ਆਪਣੇ ਕੋਲ, ਹਾਂ। ਸਮਝ ਰਹੇ ਗੱਲ ਵੀ? ਤਾਂ ਇਹ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜੇ ਤੂੰ ਘੱਟ ਫ੍ਰੀਕੁਐਂਸੀ 'ਚ ਜਾਂਦੇ ਆ ਤਾਂ ਆਪਣੇ ਕੋਲ ਫੋਟੋ ਇਲੈਕਟ੍ਰਿਕ ਇਫੈਕਟ ਨਹੀਂ ਹੋਗਾ। ਹਾਂ, ਜੇ ਕੋਈ ਹੋਰ ਮੈਟਲ ਲੈ ਲਈਏ, ਲੈਟ ਸਪੋਜ਼ ਮੈਨੇ ਪਹਿਲਾਂ ਸੋਡੀਅਮ ਲਿੱਤਾ ਸੀ, ਆ ਮੰਨ ਲਓ ਮੇਰੇ ਵਾਸਤੇ ਸੀਗਾ, ਸੀਜ਼ੀਅਮ ਵਾਸਤੇ ਸੀਗਾ, ਲੈਟ ਸਪੋਜ਼। ਹੁਣ ਮੈਂ ਕਿਹਦਾ ਡਰਾ ਕਰਨਾ? ਸੋਡੀਅਮ ਦਾ ਡਰਾ ਕਰਨਾ ਹੈ। ਤਾਂ ਦੱਸੋ ਵੀ ਸੋਡੀਅਮ ਦਾ ਗ੍ਰਾਫ ਇਹਦੀ ਇੱਧਰਲੇ ਪਾਸੇ ਆਊਗਾ ਕਿ ਇਹਦੇ ਇੱਧਰਲੇ ਪਾਸੇ ਆਊਗਾ? ਫਸਟ ਸਾਈਡ ਜਾਂ ਸੈਕਿੰਡ ਸਾਈਡ? ਕਿਹੜੀ ਸਾਈਡ ਤੇ ਆਊਗਾ ਸੋਡੀਅਮ ਦਾ ਗ੍ਰਾਫ? Second side, sir. Second side, sir. ਓਕੇ, ਕੋਈ ਨਹੀਂ, Second. ਕੋਈ ਨਹੀਂ ਹਰਦੀਪ। ਲਵਲੀ ਤੂੰ ਦੱਸ ਪੁੱਤ। ਫਸਟ ਸਾਈਡ ਹੈ ਸਰ। ਆਪਣੀ ਆਪਣੀ ਕਾਪੀ ਤੇ ਡਰਾ ਕਰੋ ਫਟਾਫਟ, 1 ਮਿੰਟ ਦੇ ਅੰਦਰ। अपने अपने कब तक ड्रा करो बच्चे। हाँ जी, अपन पता है कि ਜਿਹੜਾ ਸੋਡੀਅਮ ਹੈ ਇਹਦੀ ਫ੍ਰੀਕੁਐਂਸੀ ਜਿਹੜੀ ਆਪਣੇ ਕੋਲੇ ਪਤਾ, ਆਪਾਂ ਥ੍ਰੈਸ਼ੋਲਡ ਜਾਂ ਵਰਕ ਫੰਕਸ਼ਨ ਕਹਿ ਲਈ ਆਪਾਂ, ਕਿੰਨਾ ਹੁੰਦਾ ਤਾਂ ਕਿੰਨਾ ਪੜਿਆ ਆਪਾਂ ਨੇ? 2.75. 0.75। 2.75। ਤੇ ਸੀਜ਼ੀਅਮ ਦਾ ਕਿੰਨਾ ਹੁੰਦਾ? 2.1 2.1 ਸੀ ਮੇਰੇ ਖਿਆਲ। 1.4। ਚਲੋ 1.4 ਲਾ ਲਓ ਤੁਝਾ, ਠੀਕ ਹੈ। ਤਾਂ ਇਟ ਮੀਨਸ ਸੀਜ਼ੀਅਮ ਦਾ ਘੱਟ ਹੈ, ਆਪਣੇ ਕੋਲ ਵਰਕ ਫੰਕਸ਼ਨ ਕਿਹਦਾ ਜ਼ਿਆਦਾ ਹੈ? ਸੋਡੀਅਮ ਦਾ ਜ਼ਿਆਦਾ ਹੈ। यानी कि सोडियम चो इलेक्ट्रॉन बाहर कट लिए, मैंने एनर्जी भी की चाहिए, ज़्यादा चाहिए। जो एनर्जी ज़्यादा चाहिए तो एनर्जी डायरेक्टली प्रोपोर्शनल है फ्रीक्वेंसी दे। जो एनर्जी ज़्यादा चाहिए है तो मतलब मैंने फ्रीक्वेंसी भी की चाहिए, ज़्यादा चाहिए। जो फ्रीक्वेंसी ज़्यादा चाहिए है तो इट मीन्स द ग्राफ इधरले पासे स्टार्ट होगा। तो सिंपल सा फंड है, ਇਹਦਾ ग्राफ एवं जाऊगा, पैरल लाइन होगी तो बट ग्राफ इतों स्टार्ट होगा। यदि एक्सट्रापोलेशन आप इधरले पासे कर सकते हैं, करनी है।
कहता है ग्राफ बटा सेकंड साइड ਤੇ ਹੋਗਾ ਨਾ ਕਿ ਫਸਟ ਸਾਈਡ ਤੇ ਸੈਕੰਡ ਸਾਈਡ ਤੇ ਕਿਉਂ ਗਿਆ ਕਿਉਂਕਿ ਸੋਡੀਅਮ ਚੋਂ ਇਲੈਕਟ੍ਰੋਨ ਬਾਹਰ ਕੱਢਣ ਲਈ ਮੈਨੂੰ ਜ਼ਿਆਦਾ ਫ੍ਰੀਕੁਐਂਸੀ ਦੀ ਕੀ ਹੈ ਜ਼ਿਆਦਾ એનર્ਜੀ ਦੀ ਜ਼ਰੂਰਤ ਹੈ ਜ਼ਿਆਦਾ એનર્ਜੀ ਮੀਨਸ ਜ਼ਿਆਦਾ ਫ੍ਰੀਕੁਐਂਸੀ ਤਾਂ ਇਟ ਮੀਨਸ ਇਹਦੀ ਕੱਟ ਆਫ ਫ੍ਰੀਕੁਐਂਸੀ ਵੀ ਕੀ ਹੋਏਗੀ ਵਿੱਚ ਜ਼ਿਆਦਾ ਹੋਏਗੀ ਕਿਹਦੇ ਲਈ ਸੋਡੀਅਮ ਦੇ ਲਈ ਕਿਹਦੇ ਲਈ ਘੱਟ ਹੈ ਸੀਜ਼ੀਅਮ ਦੇ ਲਈ ਘੱਟ ਲੱਗ ਗਿਆ ਪਤਾ ਪੁੱਤ ਯੈਸ ਸਰ ਹਾਂਜੀ Yes, sir. ਸੋ ਅੱਗੇ ਦੇਖੋ ਨੈਕਸਟ ਆ ਗਿਆ ਆਪਣੇ ਕੋਲੇ ਇਹ ਤੱਕ ਕਿਤੇ ਕਨਸੈਪਟ ਸੀ ਆਪਣਾ ਨੈਕਸਟ ਆ ਗਿਆ ਲਾਜ਼ ਆਫ ਫੋਟੋਇਲੈਕਟ੍ਰਿਕ ਇਫੈਕਟ ਲਾਜ਼ ਆਫ ਕੱਢ ਲਓ ਬੁੱਕ ਤੁਹਾਡੇ ਕੋਲ ਹੈਗੇ ਸਭ ਕੋਲ ਨਾ Yes, sir. Sir. ओके लॉज ऑफ फोटोइलेक्ट्रिक इफेक्ट पहला लॉ की है अब पूजा पढ़ो तो पहला लॉ की है फटाफट Law of photoelectric emission. For a given photosensitive material पहला and frequency of एक मिनट होल्ड करी चलना ला देखो फोटो सेंसिटिव मटेरियल ਦਾ ਮਤਲਬ क्या ਹੁੰਦਾ ਹੈ ਇਹ ਜਿਹਾ ਮਟੀਰੀਅਲ ਜਿੱਤੇ ਜਦੋਂ ਲਾਈਟ ਪਏ ਤਾਂ ਉਹਦੇ ਅਨੁਸਾਰ ਆਪਣੇ ਆਪ ਨੂੰ ਉਹ ਕੀ ਕਰੇ ਕੁਝ ਨਾ ਕੁਝ ਰਿਸਪੌਂਡ ਕਰੇ ਤੁਹਾਨੂੰ ਫੋਟੋ ਸੈਂਸਿਟਿਵ ਕਹਿੰਦਾ ਜਿਵੇਂ ਆਪਾਂ ਵੀ ਫੋਟੋ ਸੈਂਸਿਟਿਵ ਆ ਕਦੋਂ ਜਦੋਂ ਇੱਕਦਮ ਬੈਠੇ ਹੋ ਕਮਰੇ 'ਚ ਇੱਕਦਮ ਧੁੱਪ 'ਚ ਜਾਓ ਤੁਹਾਡੀ ਅੱਖਾਂ ਇੱਕਦਮ ਦਰਦ ਕਰਨ ਲੱਗ ਜਾਣਗੀਆਂ ਇਟ ਮੀਨਸ ਲਾਈਟ ਦੇ ਨਾਲ ਤੁਸੀਂ ਕੁਝ ਨਾ ਕੁਝ ਸੈਂਸਿਟੀਵਿਟੀ ਸ਼ੋ ਕੀਤੀ ਹੈ ਹਨਾ ਫੁੱਲ ਪੌਦੇ ਜਿਹੜੇ ਆਪਣੇ ਕੋਲੇ ਉਹ ਵੀ ਫੋਟੋ ਸੈਂਸਿਟਿਵ ਹੁੰਦੇ ਨੇ ਤੁਹਾਨੂੰ ਦੇਖਿਆ ਹੋਊਗਾ ਕਿ ਜ਼ਿਆਦਾਤਰ ਫੁੱਲ ਪੌਦੇ ਕਿੱਧਰ ਨੂੰ ਆਪਣਾ ਫੇਸ ਕਰਕੇ ਰੱਖਦੇ ਨੇ ਕਿੱਧਰ ਨੂੰ ਫੇਸ ਕਰਕੇ ਰੱਖਦੇ ਨੇ ਵੀ ਆਪਣਾ ਟੁਵਾਰਡ ਸਨ ਸਰ ਟੁਵਰਡ ਸਨ ਹਨਾ ਤਾਂ ਇਸ ਕਰਕੇ ਕਈ ਜਣੇ ਬਹੁਤ ਤਰ੍ਹਾਂ ਦਾ ਅਲੱਗ-ਅਲੱਗ ਰਿਸਪੌਂਸ ਦਿੰਦੇ ਨੇ ਸੋ ਜਿਹੜੇ ਵੀ ਰਿਸਪੌਂਸ ਦਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ ਫੋਟੋ ਸੈਂਸਿਟਿਵ ਚਲੋ ਬਤਾ ਕੇ ਫੋਟੋ ਗਿਵਨ ਫੋਟੋ ਸੈਂਸਿਟਿਵ ਮਟੀਰੀਅਲ ਸ਼ਾਬਾਸ਼ ਚਲ ਬੁਝਾ and frequency of incident radian. The photoelectric current is directly proportional to the intensity of light. ਵੈਰੀ ਗੁੱਡ The saturation is directly proportional to the intensity of incident radiation. ਇੱਕ ਮਿੰਟ ਬੇਟਾ ਸ਼ਾਬਾਸ਼ ਤਾਂ ਪਹਿਲਾਂ ਕੀ ਕਰਿਆ ਕਹਿੰਦਾ ਫੋਰ ਫੋਟੋ ਸੈਂਸਿਟਿਵ ਮਟੀਰੀਅਲ ਐਂਡ ਫ੍ਰੀਕੁਐਂਸੀ ਮਤਲਬ ਇਹਨੇ ਪਹਿਲੀ ਗੱਲ ਤਾਂ ਇੱਕ ਮਟੀਰੀਅਲ ਫਿਕਸ ਕਰ ਲਿਆ ਫੋਟੋ ਸੈਂਸਿਟਿਵ ਮੰਨ ਲਓ ਸੋਡੀਅਮ ਲੈ ਲਿਆ ਤੇ ਕਹਿੰਦਾ ਫ੍ਰੀਕੁਐਂਸੀ ਵੀ ਕੀ ਕਰ ਲਈ ਫਿਕਸ ਕਰ ਲਈ ਧਿਆਨ ਨਾਲ ਸ਼ਬਦ ਨੂੰ ਧਿਆਨ ਨਾਲ ਪੜੋ ਫੋਰ ਗਿਵਨ ਮਤਲਬ ਦਿੱਤੇ ਹੋਏ ਨੇ ਪਹਿਲਾਂ ਹੀ ਕੀ ਦਿੱਤੇ ਹੋਏ ਦੋ ਚੀਜ਼ਾਂ ਕੀ ਦਿੱਤੇ ਹੋਏ ਬੇਟੇ ਇੱਕ ਤਾਂ ਮਟੀਰੀਅਲ ਇੱਕ ਕੀ ਦਿੱਤੇ ਹੋਏ ਆਪਾਂ ਨੂੰ ਫ੍ਰੀਕੁਐਂਸੀ ਇਹ ਦੋਨੋਂ ਚੀਜ਼ਾਂ ਫਿਕਸ ਕਰ ਲਈਆਂ ਹੈਨਾ ਫ੍ਰੀਕੁਐਂਸੀ ਵੀ ਕੀ ਕਰ ਲਈ ਫਿਕਸ ਕਰ ਲਈ ਜੇ ਫ੍ਰੀਕੁਐਂਸੀ ਫਿਕਸ ਕਰ ਲਈ ਤਾਂ ਮੀਨਸ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਕਰ ਲਿਆ ਫਿਕਸ ਕਰ ਲਿਆ ਫਿਕਸ ਕਰ ਲਿਆ ਹਨਾ ਧਿਆਨ ਨਾਲ ਸੁਣੋ ਹੁਣ ਪੜੋ ਤੇ ਕਹਿੰਦਾ ਫੋਰ ਗਿਵਨ ਫੋਟੋ ਸੈਂਸਿਟਿਵ ਮਟੀਰੀਅਲ ਐਂਡ ਫ੍ਰੀਕੁਐਂਸੀ ਆਫ ਇਨਸੀਡੈਂਟ ਰੇਡੀਏਸ਼ਨ ਜਿਹੜੀ ਰੇਜ਼ ਆ ਰਹੀਆਂ ਨੇ ਇਹਦੀ ਲਈ ਆਪਾਂ ਮਟੀਰੀਅਲ ਵੀ ਕੀ ਕਰ ਲਿਆ ਫਿਕਸ ਕਰ ਲਿਆ ਤੇ ਇਹਦੀ ਫ੍ਰੀਕੁਐਂਸੀ ਵੀ ਫਿਕਸ ਹੈ ਨੰਬਰ ਆਫ ਫੋਟੋ ਇਲੈਕਟ੍ਰੋਨਸ ਅਮਿਟਡ ਪਰ ਸੈਕਿੰਡ ਜੀ ਤੋਂ ਡਿੱਗ ਰਹੇ ਨੇ ਆਪਾਂ ਨੂੰ ਪਤਾ ਕੈਥੋਡ ਤੇ ਮੰਨ ਲਓ ਆਪਾਂ ਨੇ ਮਾਰਿਆ ਕੈਥੋਡ ਦੇ ਉੱਤੇ ਤਾਂ ਇਹ ਚੋਂ ਜਿੰਨੇ ਨੰਬਰ ਆਫ ਫੋਟੋ ਇਲੈਕਟ੍ਰੋਨਸ ਪਰ ਸੈਕਿੰਡ ਲਾਈਨ ਇਕੱਠੀ ਪੜ੍ਹਨੀ ਹੈ ਪਲੀਜ਼ ਇਹ ਨੰਬਰ ਆਫ ਬੋਲੋ ਦੁਬਾਰਾ ਫੋਟੋ ਇਲੈਕਟ੍ਰੋਨਸ पर सेकंड क्योंकि आप ही दसांगे ना कितने निकले एक सेकंड कितने निकले फोटो इलेक्ट्रॉन्स पर सेकंड इज डायरेक्टली प्रोपोर्शनल टू द किदे डायरेक्टली होंदे ने भी पता आपन किन्ने बाहर आणगे वो डिपेंड करदा किन्ने नंबर ऑफ की डिग्री ने आगे दे उत्ते किन्ने नंबर फोटोन्स डिग्री ने है ना नंबर ऑफ फोटोन्स नु आपा की कह दने इंटेंसिटी ਤਾਂ ਇਟ ਮੀਨਸ ਕਲੀਅਰ ਆਪਾਂ ਨੂੰ ਹੈਨਾ ਸੋ ਕੀ ਲਿਖਿਆ ਨੇ the number of photo electrons emitted per second is directly proportional to the intensity of the incident radiation ਇਹ ਆਪਣਾ ਪਹਿਲਾ ਲਾਅ ਬਣ ਗਿਆ ਪਹਿਲਾ ਲਾਅ ਹੈ ਵੀ ਜਿੰਨੇ ਨੰਬਰ ਆਫ ਫੋਟੋ ਇਲੈਕਟ੍ਰੋਨਸ ਬਾਹਰ ਆ ਰਹੇ ਨੇ ਉਹ ਇੰਟੈਂਸਿਟੀ ਤੇ ਡਿਪੈਂਡ ਕਰਦੇ ਨੇ ਜੇਕਰ ਆਪਣੇ ਕੋਲ ਦੋ ਚੀਜ਼ਾਂ ਫਿਕਸ ਨੇ ਕਿਹੜੀ ਕਿਹੜੀ ਦੇ ਰੱਖੀਆਂ ਨੇ ਇੱਕ ਮਟੀਰੀਅਲ ਤੇ ਇੱਕ ਕੀ ਦੇ ਰੱਖੀ ਹੈ ਫ੍ਰੀਕੁਐਂਸੀ ਹੈਨਾ ਤਾਂ ਜੋ ਨੰਬਰ ਆਫ ਫੋਟੋ ਇਲੈਕਟ੍ਰੋਨਸ ਬਾਹਰ ਆਣਗੇ ਉਹ ਆਪਣੇ ਕੋਲੇ ਫ੍ਰੀਕੁਐਂਸੀ ਦੇ ਕੀ ਕਰਨਗੇ ਸੌਰੀ ਇੰਟੈਂਸਿਟੀ ਦੇ ਕੀ ਕਰਨਗੇ ਡਿਪੈਂਡ ਕਰਨਗੇ ਡਾਇਰੈਕਟਲੀ ਹੋਣਗੇ ਪਹਿਲਾ ਲਾਅ ਪਤਾ ਲੱਗ ਗਿਆ ਦੂਜਾ ਲਾਅ ਦੇਖੋ ਵੀ ਦੂਜਾ ਲਾਅ ਕੀ ਕਹਿੰਦਾ ਯੈਸ ਸਰ ਹਾਂ ਪੜ੍ਹ ਵੀ ਹਰਦੀਪ ਤੂੰ ਪੜ੍ਹੋ ਦੂਜਾ ਲਾਅ For a given photosensitive material, 3 exist are ਓਏ contained 3 ਨਹੀਂ ਹੈਗਾ minimum ਇਹ cut off frequency. ਉਹ ਕਿਉਂ ਪੱਠੀ ਪੇਸ ਮਾਰੀ ਜਾਂਦੇ ਹੋ ਪੁੱਤ 3 ਨਹੀਂ ਹੈਗਾ ਦੇਰ ਹੈ ਹਰਦੀਪ सर हो गया थोड़ा बहुत. For a given photosensitive material, there exists a certain minimum cut off frequency below which no photoelectrons are emitted. मतलब दूसरे ਨੂੰ ਲਿਖ ਲਓ However, ਇੱਕ ਮਿੰਟ high ਬਸ ਬੇਟਾ दूसरे लिखो दूसरा लॉ की है डेफिनेशन ऑफ थ्रेशोल्ड फ्रीक्वेंसी डेफिनेशन ऑफ नाले राइट कर लो दे इट द डेफिनेशन है थ्रेशोल्ड फ्रीक्वेंसी दी जेड़ा दूसरा है एक ही डेफिनेशन है कि मान लो कोई मटीरियल दे रखा अपन ये नहीं लिखे ही लिखा ना और एक गिवन फोटोसेंसिटिव मटीरियल कोई दे रखा थानू
कहना देयर एग्जिस्ट अ मिनिमम फ्रीक्वेंसी बिलो विच जी तो नीचे कोई भी की नहीं होगा फोटो इलेक्ट्रिक एमिशंस नहीं होगा तो उस फ्रीक्वेंसी ਨੂੰ ਕੀ ਕਿਹਾ ਜਾਂਦਾ ਹੈ व्हाट इट इज कॉल्ड थ्रेशोल्ड फ्रीक्वेंसी यही हाँ दोबारा पढ़ के देखो प्लीज अपने मुंह पढ़ो इसमें फॉर ए गिवन फोटोसेंसिटिव मटेरियल देयर एग्जिस्ट ए मिनिमम फ्रीक्वेंसी ऑफ इंसिडेंट रेडिएशन बिलो विच नो फोटो इलेक्ट्रॉन्स कैन बी एमिटेड भी इदू नीचे कोई फोटो इलेक्ट्रॉन बाहर नहीं आऊगा है ना दिस फ्रीक्वेंसी इज कॉल्ड द थ्रेशोल्ड फ्रीक्वेंसी बस डेफिनेशन लिखनी है अपने दूसरे लॉ च पहला लॉ किहदे बारे गल कर रहे थे बच्चे इंटेंसिटी बारे दूसरा लॉ किहदे बारे गल कर रहा है किहदे बारे गल कर रहा है थ्रेशोल्ड हाँ थ्रेशोल्ड इन ऊपर ਉਹਨੂੰ ਲਿਖ ਲਈ ਦਾ ਹੁੰਦਾ ਹੈ ਪਹਿਲੇ ਪੁਆਇੰਟ ਕਿਉਂਕਿ ਜੇ ਪੂਰਾ ਪੁਆਇੰਟ ਨਾ ਯਾਦ ਰਹੇ ਤਾਂ ਪਹਿਲੇ ਤੇ ਲਿਖ ਲਓ ਵੀ ਕਿਹਦੇ ਬਾਰੇ ਗੱਲ ਕਰਨੀ ਹੈ ਕਿ ਇੰਟੈਂਸਿਟੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸੌਰੀ इंटेंसिटी ਆਪਾਂ ਹਾਂ ਨੰਬਰ ਆਫ ਫੋਟੋਨ ਆਪਾਂ ਹਾਂ ਨੰਬਰ ਫੋਟੋ ਇੰਟੈਂਸਿਟੀ ਨਹੀਂ ਪੁੱਤ ਲਿਖਾਂਗੇ ਉੱਥੋਂ ਆਪਾਂ ਲਿਖਾਂਗੇ ਪਹਿਲੇ ਚ ਦੇਖੋ ਜੋ ਪਹਿਲੇ ਲਿਖਿਆ ਦੁਬਾਰਾ ਲਿਖ ਰਹੇ ਹਾਂ ਇੱਥੇ ਪਹਿਲੇ ਲਿਖਾਂਗੇ ਆਪਾਂ ਕਿ ਨੰਬਰ ਆਫ फोटो इलेक्ट्रॉन्स emitted per second is directly proportional to की है इंटेंसिटी दूसरा की है डेफिनेशन ऑफ थ्रेशोल्ड फ्रीक्वेंसी तीसरा देखो की है हम तीसरा पढ़ो भी कौन पढ़ूगा और कौन पढ़ूगा भी खुशी पढ़ पुत्र तीसरा Above the threshold frequency, the stopping potential or equivalently the maximum kinetic energy of the photoelectrons is directly proportional to the frequency of incident radiation, but is बेटा मैं independent. तीसरा लॉ पढ़ने क्या सी मैंने तीसरा ये सर की पढ़ा था दोबारा पढ़ी फॉर ए above the threshold frequency, the stopping potential or the maximum kinetic energy of the photoelectrons is directly proportional to the frequency of incident radiation, but is independent of the intensity. ओके हाँ जी तो कहना तीसरे लॉ च की कहा ने अपने कोले कि जेड़ा कहता फॉर ए गिवन फोटो सेंसिटिव मटीरियल है ना एंड फ्रीक्वेंसी ऑफ इंसिडेंट रेडिएशन देखो दो बारी गल की ने तीसरे लॉ च गल किहदे बारे कीती है एक तां किहदे बारे गल कीती है सैचुरेशन करंट बारे ते होर किहदे बारे गल कीती है बच्चे अपने कोले स्टॉपिंग पोटेंशियल बारे आपां पिछले ग्राफ से देखिया अपने कोल मुक्कदियां चार चीज़ां सी एक तां सी इंटेंसिटी एक सी फ्रीक्वेंसी एक सी स्टॉपिंग पोटेंशियल एक सी सॉरी सैचुरेशन करंट एक सी स्टॉपिंग पोटेंशियल हुण सैचुरेशन गल करो द सैचुरेशन करंट इज डायरेक्टली प्रोपोर्शनल टू द इंटेंसिटी ऑफ द लाइट फॉर ए गिवन फ्रीक्वेंसी है ना स्टॉपिंग पोटेंशियल बारे की गल करोगे स्टॉपिंग पोटेंशियल इज डायरेक्टली प्रोपोर्शनल टू द फ्रीक्वेंसी ठीक है बस ये गल करनी है आपने ते इंडिपेंडेंट है कितों इंडिपेंडेंट है स्टॉपिंग पोटेंशियल कितों इंडिपेंडेंट सी भी इंटेंसिटी तो बस ये गल करनी है कि सैचुरेशन करंट जिहड़ा हैगा वो इंटेंसिटी ते डिपेंड करता है वो फ्रीक्वेंसी तो की है इंडिपेंडेंट है स्टॉपिंग पोटेंशियल जिहड़ा हैगा वो फ्रीक्वेंसी ते डिपेंडेंट है ते इंटेंसिटी ते की है पुत इंटेंसिटी तो की है इंडिपेंडेंट है बस आ गल करनी है तीसरे लॉ च इन्हें छोटा करके लिख लेदा हुंदा है भी सैचुरेशन करंट बारे दसो किते डिपेंड करता है किते नहीं करता स्टॉपिंग पोटेंशियल बारे दसो किते डिपेंड करता है किते नहीं करता ओके चौथा पॉइंट बड़ा इंपॉर्टेंट है चौथे पॉइंट की लिख लो तुसी इंस्टेनियस मतलब की है इंस्टेंटेनियस ठीक है अपने को की होगा मैं स्पेलिंग थोड़ी रॉन्ग पा गया मतलब ठीक है इंस्टेंटेनियस मतलब क्या होता है भी एक पल च हो जाना नाल दी नाल ही ठीक है उसे इंस्टेंट ते हो जाना भी ज्यों ही लाइट आके इहदे नाल टकराई त्यों ही इलेक्ट्रॉन नाल दी नाल की निकल गया बाहर निकल गया ठीक है सो जो टाइम लैग है दैट इज वेरी 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 स्मॉल ये बड़ा इंपॉर्टेंट एस्पेक्ट है कई चीज़ां प्रूव करता है कि जो ही लाइट आके इहदे नाल टकराई त्यों ही इलेक्ट्रॉन चो निकल गया मतलब बाहर निकल गया जिहड़ा उहदे विच कारण देखो पढ़ो कि लिखा टाइम लैग between the time at which radiations are allowed to fall on the surface of emitter and the time when photoelectrons are emitted from the surface of emitter is less than a nanosecond यानी कि 10⁻⁹ सेकंड तो भी घट टाइम लगता है इलेक्ट्रॉन नू चूंकि निकलन दे लई बाहर निकलन दे लई जदों लाइट सुटेबल फ्रीक्वेंसी दी लाइट आके इहदे नाल टकराई ते इलेक्ट्रॉन नू बाहर निकलन दे लई
ठीक है, कितना टाइम लग गया 10 ਦੀ ਪਾਵਰ -9 ਸੈਕਿੰਡ ਤੋਂ ਵੀ ਲੈਸਰ, है ना। तो हिसाब ला लो भी 1 ਸੈਕਿੰਡ ਦਾ ਜੇ ਆਪਾਂ ਗੱਲ ਕਰੀਏ ਇੰਨਾ ਹਿੱਸਾ, 1 ਸੈਕਿੰਡ ਦਾ ਇੰਨਾ ਹਿੱਸਾ ਟਾਈਮ ਲੱਗਿਆ, ਤਾਂ ਆਪਣੇ ਲਈ ਤਾਂ ਬੜਾ ਕੀ ਹੈ, ਮਨੁੱਖ ਲਈ ਤਾਂ ਬੜਾ ਕੀ ਹੈ, ਇਨਸਟੈਂਟ ਪ੍ਰੋਸੈਸ ਹੈ ਇਹ। ਮਤਲਬ ਨਾਲ ਦੀ ਨਾਲ ਵਿਦਿਨ ਨੋ ਟਾਈਮ ਉਹ ਜਿਹੜਾ ਇਲੈਕਟ੍ਰੋਨ ਕੀ ਨਿਕਲ ਜਾਂਦਾ, ਬਾਹਰ ਨਿਕਲ ਜਾਂਦਾ ਹੈ। ਤੈਨੂੰ ਬੋਲਦੇ ਆਪਾਂ ਕਿ ਫੋਟੋ ਇਲੈਕਟ੍ਰਿਕ ਐਮਿਸ਼ਨ ਇਜ਼ ਐਨ ਇੰਸਟੇਨੀਅਸ ਪ੍ਰੋਸੈਸ, इंस्टेंटेनियस प्रोसेस। पता लग गया भी अभी मनीष? Yes, पता sir. लग- Yes, sir. ਤਾਂ 4 ਪੁਆਇੰਟ Yes, ਪਲੀਜ਼, sir. 4 ਪੁਆਇੰਟ ਪਲੀਜ਼ ਦੇਖੋ ਪੂਰੀ ਅੰਡਰਲਾਈਨ ਕਰ ਲਿਓ, ਕਿਉਂਕਿ ਜੇ ਮਾੜਾ ਮੋਟਾ ਗਲਤ ਵੀ ਲਿਖਿਆ ਜਾਂਦਾ ਬਟ ਆਪਾਂ ਨੂੰ ਪਤਾ ਉਹ ਵੀ ਲਿਖਣਾ ਕਿਸ ਚੀਜ਼ ਬਾਰੇ। ਸਭ ਤੋਂ ਪਹਿਲਾਂ ਕਿਸ ਚੀਜ਼ ਬਾਰੇ ਲਿਖਣਾ ਸੀਗਾ ਵੀ ਨੰਬਰ ਆਫ ਫੋਟੋ ਇਲੈਕਟ੍ਰੋਨਸ ਜਿਹੜੇ ਹੈਗੇ ਨੇ ਪਰ ਸੈਕਿੰਡ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਇੰਟੈਂਸਿਟੀ ਆਫ ਦਾ ਇਨਸੀਡੈਂਟ ਲਾਈਟ। ਦੂਜਾ ਕੀ ਸੀਗਾ, ਡੈਫੀਨੇਸ਼ਨ ਸੀ ਕਾਦੀ, ਥ੍ਰੈਸ਼ੋਲਡ ਫ੍ਰੀਕੁਐਂਸੀ ਸੀ। ਇਟ ਇਜ਼ ਦਾ ਮਿਨੀਮਮ ਫ੍ਰੀਕੁਐਂਸੀ ਬਿਲੋ ਵਿਚ देयर इज नो ਫੋਟੋ ਇਲੈਕਟ੍ਰਿਕ ਐਮਿਸ਼ਨ, ਹੈ ਨਾ। ਸੋ ਤੀਜਾ ਕਿਹੜਾ ਸੀਗਾ ਕਿ ਸੈਚੂਰੇਸ਼ਨ ਕਰੰਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਇੰਟੈਂਸਿਟੀ ਐਜ਼ ਇੰਡੀਪੈਂਡੈਂਟ ਆਫ ਦਾ ਫ੍ਰੀਕੁਐਂਸੀ। ਤੇ ਸਟਾਪਿੰਗ ਪੋਟੈਂਸ਼ੀਅਲ ਜਿਹੜਾ ਹੁੰਦਾ ਹੈ ਦੈਟ ਇਜ਼ ਦਾ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ इंसिडेंट फ्रीक्वेंसी एज इंडिपेंडेंट ऑफ द, इसी का बच्चे अपने को इंटेंसिटी। ठीक है, Intensity, sir. इंस्टेनियस प्रोसेस की है विद दिस द फोटोइलेक्ट्रिक एमिशन प्रोसेस इज ए इंस्टेनियस प्रोसेस। द टाइम लैग बिटवीन द fall of radiation and the emission of electron is very much lesser than the nanosecond। ये हैगा बस, ठीक है। ओके, ਸਰ ਥਰਡ ਪੁਆਇੰਟ ਦੁਬਾਰਾ ਦੱਸੋ, ਹੀ ਸਮਝ ਨਹੀਂ ਆਈ ਥੋੜਾ ਜਿਹਾ। थर्ड पॉइंट बेटा सैचुरेशन करंट दसना है भी किते डिपेंड करता है किते नहीं करता। ਐਵੇਂ ਸਟਾਪਿੰਗ ਪੋਟੈਂਸ਼ੀਅਲ ਦੱਸਣਾ ਹੈ ਵੀ ਕਿਤੇ ਡਿਪੈਂਡ ਕਰਦਾ ਕਿਤੇ ਨਹੀਂ ਕਰਦਾ। ਦੋ ਚੀਜ਼ਾਂ ਨੇ, ਇੰਟੈਂਸਿਟੀ ਐਂਡ ਫ੍ਰੀਕੁਐਂਸੀ, ਹੈ ਨਾ। ਤਾਂ ਸੈਚੂਰੇਸ਼ਨ ਕਰੰਟ ਇੰਟੈਂਸਿਟੀ ਤੇ ਡਿਪੈਂਡ ਕਰਦਾ ਹੈ, ਫ੍ਰੀਕੁਐਂਸੀ ਤੇ ਡਿਪੈਂਡ ਨਹੀਂ ਕਰਦਾ। ਸਟਾਪਿੰਗ ਪੋਟੈਂਸ਼ੀਅਲ ਫ੍ਰੀਕੁਐਂਸੀ ਤੇ ਡਿਪੈਂਡ ਕਰਦਾ ਹੈ, ਇੰਟੈਂਸਿਟੀ ਤੇ ਡਿਪੈਂਡ ਨਹੀਂ ਕਰਦਾ। ਇਹ ਮੈਂ ਪਹਿਲਾਂ ਦੱਸਿਆ ਸੀ, ਆ ਦੇਖੋ ਮੈਂ ਥੋੜਾ ਚਿਰ ਪਹਿਲਾਂ ਦੱਸ ਕੇ ਹਟਿਆ ਸਾਰਾ ਇਹ। ਆ ਦੇਖੋ ਆ ਚੀਜ਼ ਦੱਸੀ ਸੀ ਮੈਨੂੰ, ਓਕੇ ਸਰ। ਆ ਦੱਸਿਆ ਸੀ ਨਾ, ਆਹੀ ਚੀਜ਼ ਦੱਸਣੀ ਹੈ ਜਿਹੜੀ ਆ ਚੀਜ਼ ਦੱਸੀ ਸੀ। ਆਵਾਜ਼ ਸਭ ਨੂੰ ਕਲੀਅਰ ਆ ਰਹੀ ਹੈ? ਪੁੱਤ ਮੈਨੂੰ ਪਹਿਲਾਂ ਦੱਸੋ। Yes, sir. ਓਕੇ, ਚਲੋ ਦੇਖੋ ਅੱਗੇ ਦੇਖੋ ਬੇਟਾ, ਫੋਟੋ ਇਲੈਕਟ੍ਰਿਕ ਐਕਚੁਅਲੀ ਨਾ ਜਿਹੜਾ ਆਪਣਾ ਉਦੋਂ ਸਨ 1800 ਦੇ ਵਿੱਚ ਗੱਲ ਕਰੀ ਨਾ, ਬਹੁਤ ਉਲਝਿਆ ਹੋਇਆ ਸੀਗਾ ਸਾਰਾ ਸਿਸਟਮ 1800 ਤੋਂ 1900 ਦੇ ਵਿਚਕਾਰ, ਕਿ ਜਿਹੜੀ ਪਾਰਟੀਕਲ ਹੈ ਉਸ ਨੂੰ ਆਪਾਂ ਜਿਹੜੀ ਲਾਈਟ ਹੈ ਉਸ ਨੂੰ ਆਪਾਂ ਵੇਵ ਨੇਚਰ ਮੰਨੀਏ ਕਿ ਪਾਰਟੀਕਲ ਨੇਚਰ ਮੰਨੀਏ। ਫਿਰ ਯੰਗਸ ਡਬਲ ਸਲਿਟ ਐਕਸਪੈਰੀਮੈਂਟ ਵੀ ਆਇਆ, ਇਸਨੇ ਸੁਝਾਇਆ ਕਿ ਜੀ ਨਹੀਂ ਇਹਦੀ ਤਾਂ ਵੇਵ ਨੇਚਰ ਹੈ ਨਾ। ਬਟ ਬਹੁਤ ਕੁਝ ਉਦੋਂ ਵੀ ਇਹ ਵੀ ਬੜਾ ਉਲਝਿਆ ਸੀਗਾ ਜਿਹੜਾ YST ਐਕਸਪੈਰੀਮੈਂਟ ਹੈ, ਆਪਾਂ ਹੌਲੀ ਡੈਪਥ 'ਚ ਨਹੀਂ ਗਏ, ਹੈ ਨਾ। ਤਾਂ ਇਹ ਵੀ ਉਲਝਿਆ ਸੀ ਕਿਉਂਕਿ ਇਹ ਵੀ ਕਦੀ ਪਾਰਟੀਕਲ ਨੇਚਰ ਸ਼ੋ ਕਰ ਦਿੰਦਾ ਸੀ ਕਈ ਵਾਰੀ, ਠੀਕ ਹੈ। ਤਾਂ ਕਿਉਂ ਕਰਦਾ ਸੀ ਉਹ ਆਪਾਂ ਨੂੰ ਹੁਣ ਪਤਾ ਲੱਗ ਰਿਹਾ, ਜਿਹੜੇ ਹੁਣ ਨਵੀਂ ਖੋਜ ਆ ਰਹੀਆਂ ਨੇ, ਠੀਕ ਹੈ। ਇੱਕ ਨਵੀਂ ਟਰਮ ਕੀਤੀ ਗਈ ਹੈ, ਅਸਾਈਨ ਕੀਤੀ ਗਈ ਹੈ, ਦੈਟ ਇਜ਼ ਦਾ ਡੀਕੋਹਰੈਂਸ। ਹੁਣ ਆਪਾਂ ਡੀਕੋਹਰੈਂਸ ਕਹਿ ਦਿੰਦੇ ਹਾਂ, ਕੋਹਰੈਂਸ ਤੁਸੀਂ ਪੜ੍ਹੀ ਹੈ ਨਾ, ਡੀਕੋਹਰੈਂਸ। ਚਲੋ ਮੈਂ ਜ਼ਿਆਦਾ ਡੀਪ ਨਹੀਂ ਜਾਣਾ ਚਾਹੁੰਦਾ। 1800 ਤੋਂ 1900 ਦੇ ਵਿਚਕਾਰ ਬੜਾ ਉਲਝਿਆ ਰਿਹਾ ਸਿਸਟਮ ਕਿ ਲਾਈਟ ਨੂੰ ਆਪਾਂ ਐਜ਼ ਏ ਪਾਰਟੀਕਲ ਨੇਚਰ ਮੰਨੀਏ ਜਾਂ ਆਪਣੇ ਕੋਲੇ ਵੇਵ ਨੇਚਰ ਮੰਨੀਏ। ਵੇਵ ਨੇਚਰ 'ਚ ਤੁਸੀਂ ਦੇਖਿਆ ਕਿਹੜੇ ਕਿਹੜੇ ਫੀਨੋਮੀਨਨ ਸੀ ਆਪਣੇ ਕੋਲੇ, ਇੰਟਰਫੇਰੈਂਸ ਸੀਗਾ, ਹੈ ਨਾ, याद है कि नहीं। दूसरा केड़ा सीगा, डिफ्रैक्शन सीगा, पोलराइजेशन हो गया, ठीक है। ऑल दीज आर द बेसिकली वेव नेचर फिनोमेना। मेन डिफ्रैक्शन ते इंटरफेरेंस कसने ਆਪਾਂ ਜਿਹੜੇ ਪਾਰਟੀਕਲ ਨੇਚਰ ਚ ਸੀਗੇ, ਜਿਹੜੇ ਪਾਰਟੀਕਲ ਨੇਚਰ ਨੂੰ ਬਿਲੋਂਗ ਕਰਦਾ ਸੀ, ਉਹ ਸਭ ਤੋਂ ਪਹਿਲਾਂ ਕਿਹੜਾ ਐਕਸਪੈਰੀਮੈਂਟ ਆਇਆ, ਫੋਟੋ ਇਲੈਕਟ੍ਰਿਕ ਇਫੈਕਟ, ਫੋਟੋ ਇਲੈਕਟ੍ਰਿਕ ਦਾ, ਹਨਾ। ਇੱਕ ਸਕੈਟਰਿੰਗ ਸੀਗਾ, ਸਕੈਟਰਿੰਗ ਐਕਸਪੈਰੀਮੈਂਟ ਸੀਗਾ, ਰਮਨ ਸਕੈਟਰਿੰਗ। ਤਾਂ ਉਸ ਐਕਸਪੈਰੀਮੈਂਟ ਨੇ ਵੀ ਦੱਸਿਆ ਵੀ ਜਿਹੜੀ ਲਾਈਟ ਹੈ ਉਹ ਐਜ਼ ਅ ਪਾਰਟੀਕਲ ਨੇਚਰ ਦੀ ਤਰ੍ਹਾਂ ਕੀ ਕਰਦੀ ਹੈ, ਕੰਮ ਕਰਦੀ ਹੈ। ਤਾਂ ਇੰਟਰਫੇਰੈਂਸ ਡਿਫਰੈਕਸ਼ਨ ਦੋ ਐਕਸਪੈਰੀਮੈਂਟ ਇਹਦੇ ਬਿਲੋਂਗ ਕਰ ਰਹੇ ਸੀ, ਸੇਮ ਫੋਟੋ ਇਲੈਕਟ੍ਰਿਕ ਤੇ ਸਕੈਟਰਿੰਗ। ਇਹ ਦੱਸ ਰਹੇ ਸੀ ਪਾਰਟੀਕਲ ਨੇਚਰ ਹੈ, ਇਹ ਦੱਸ ਰਹੇ ਸੀ ਕਿਹੜੀ ਨੇਚਰ ਹੈ, ਵੇਵ ਨੇਚਰ ਹੈ। ਇਹ ਦੋਨਾਂ ਵਿੱਚ ਝੂਲ ਰਿਹਾ ਸੀਗਾ। ਤਾਂ ਫੋਟੋ ਇਲੈਕਟ੍ਰਿਕ ਇਫੈਕਟ ਕਹਿੰਦਾ ਕਿਵੇਂ ਐਕਸਪਲੇਨ ਕਰਦਾ ਹੈ ਵੀ ਲਾਈਟ ਦੀ ਪਾਰਟੀਕਲ ਨੇਚਰ ਹੈ ਨਾ ਕਿ ਵੇਵ ਨੇਚਰ ਹੈ। ਕਿ ਲਾਈਟ ਜਿਹੜਾ ਪਾਰਟੀਕਲ ਹੈ ਤੇ ਉਸ ਪਾਰਟੀਕਲ ਦਾ ਨਾਮ ਕੀ ਰੱਖਿਆ ਗਿਆ, ਕੀ ਰੱਖਿਆ ਗਿਆ, ਫੋਟੋਨਸ, ਹੈ ਨਾ। ਤਾਂ ਕਹਿੰਦਾ ਫੋਟੋ ਇਲੈਕਟ੍ਰਿਕ ਇਫੈਕਟ ਨੂੰ ਆਪਾਂ ਐਕਸਪਲੇਨ ਕਰਨਾ ਹੈ ਵੀ ਇਹ ਵੇਵ ਨੇਚਰ ਨੂੰ ਕੀ ਨਹੀਂ ਕਰਦਾ, ਫੋਲੋ ਨਹੀਂ ਕਰਦਾ। ਕਲਾਸ ਦਾ ਟਾਈਮ ਫਿਲਹਾਲ 2 ਮਿੰਟ ਰਹਿ ਗਿਆ ਪੁੱਤ, ਤਾਂ ਨਾਲ ਦੇ ਜੁਆਇਨ ਕਰ ਲਿਓ। ਆਪਾਂ ਇਹ ਕਨਸੈਪਟ ਖਤਮ ਕਰਨ ਤੋਂ ਬਾਅਦ ਕਲਾਸ ਆਫ ਕਰ ਦਾਂਗੇ ਨਾਲ ਦੀ ਨਾਲ ਹੀ 5 ਮਿੰਟ ਬਾਅਦ। ਜਾਂ ਚਲੋ ਮੈਂ ਕੱਲ ਵੀ ਕਰਾ ਦੂੰਗਾ ਇਸ ਨੂੰ ਆਪਾਂ, ਫਿਰ ਕਿਉਂਕਿ ਆਪਣੀ ਰਿਕਾਰਡਿੰਗ 'ਚ ਦਿੱਕਤ ਆਉਂਦੀ ਹੈ, ਬਾਰ-ਬਾਰ ਉਸਨੂੰ ਰਿਕਾਰਡ ਕਰਨਾ ਪੈਂਦਾ, ਲੈਕਚਰ ਨੂੰ ਅਲੱਗ-ਅਲੱਗ ਰਿਕਾਰਡ ਨਹੀਂ ਹੁੰਦੇ ਫਿਰ, ਠੀਕ ਹੈ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ 2 ਮਿੰਟ ਦਾ ਸਮਝ ਆਉਂਦਾ, ਬਾਕੀ ਕੱਲ ਨੂੰ ਸਮਝ ਲਿਓ, ਠੀਕ ਹੈ। ਅੱਜ ਨਹੀਂ ਆਪਾਂ ਕਲਾਸ ਨੂੰ ਦੁਬਾਰਾ ਰੀ-ਔਨ ਕਰਾਂਗੇ। ਦੇਖੋ ਜੇ ਵੇਵ ਥਿਊਰੀ ਦੀ ਗੱਲ ਕਰੀਏ, ਜੇ ਆਪਾਂ ਵੇਵ ਥਿਊਰੀ ਨੂੰ ਮੰਨੀਏ ਤਾਂ ਲਾਈਟ ਕਿਹੜੀ ਵੇਵ ਹੈ, ਇੱਕ ਲਾਈਟ ਕਿਹੜੀ ਵੇਵ ਹੈ ਬੱਚੇ ਆਪਣੇ ਕੋਲ, ਇੱਕ EM ਵੇਵ ਹੈ, ਹਨਾ। ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਲਾਈਟ ਵੇਵ ਚੱਲਦੀ ਹੈ ਤੇ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਇੱਕ ਦੂਜੇ ਦੇ ਕਿੰਨੇ ਡਿਗਰੀ ਤੇ ਪ੍ਰੋਪੋਗੇਟ, ਇੱਕ ਵਾਈਬ੍ਰੇਟ ਕਰਦੇ ਨੇ 90 डिग्री। ਹਾਂ। ਤੇ ਈਵਨ ਪ੍ਰੋਪੋਗੇਸ਼ਨ ਆਫ ਵੇਵ ਦੇ ਵੀ ਕਿੰਨੇ ਡਿਗਰੀ ਤੇ ਵਾਈਬ੍ਰੇਟ ਕਰਦੇ ਨੇ, 90 ਡਿਗਰੀ ਤੇ। ਆਪਣੇ ਵੀ ਇੱਕ ਦੂਜੇ ਦੇ
ਤੇ ਲਾਈਟ ਦੀ ਪ੍ਰੋਪਗੇਸ਼ਨ ਦੇ ਵੀ ਕਿੰਨੀ ਡਿਗਰੀ ਤੇ 90 ਡਿਗਰੀ ਤੇ ਕੀ ਕਰਦੇ ਨੇ ਇਹ ਵਾਈਬ੍ਰੇਟ ਕਰਦੇ ਹੈਗੇ ਨੇ ਆਪਣੇ ਕੋਲ, ਹੈਨਾ। ਸੋ ਕਹਿੰਦਾ ਜੇ ਆਪਾਂ ਵੇਵ ਥਿਊਰੀ ਨੂੰ ਮੰਨੀਏ, ਜੇ ਵੇਵ ਥਿਊਰੀ ਨੂੰ ਮੰਨੀਏ ਤਾਂ ਆਪਣੇ ਕੋਲ ਕੋਈ ਮੈਟਲ ਸਰਫੇਸ ਸੀ, ਧਿਆਨ ਦਿਓ, ਹੈਨਾ। ਇਹਦੇ ਉੱਤੇ ਕੋਈ ਵੇਵ ਪਈ, ਵੇਵ ਦੇ ਅੰਦਰ ਕੋਈ ਕੀ ਆ ਬੱਚੇ, એનર્ਜੀ ਹੈਗੀ ਹੈ, ਇਹ ਹੈਗੀ ਕੁਛ ਨਾ ਕੁਛ એનર્ਜੀ ਹੈਗੀ ਹੈ। ਤਾਂ ਜਿਹੜਾ ਇਲੈਕਟ੍ਰੋਨ ਹੈ ਪੁੱਤ, ਐਟਮ ਦੇ ਵਿੱਚ ਇਲੈਕਟ੍ਰੋਨ ਪਿਆ ਹੈ, ਤਾਂ ਇਲੈਕਟ੍ਰੋਨ ਉਸ એનર્ਜੀ ਨੂੰ ਲਗਾਤਾਰ ਕੀ ਕਰੀ ਜਾਊਗਾ, ਬੋਲੋ ਫਟਾਫਟ, ਕੰਟੀਨਿਊਸਲੀ ਕੀ ਕਰੀ ਜਾਊਗਾ ਉਸਨੂੰ, ਵਾਈਬ੍ਰੇਟ। ਅਬਜ਼ੌਰਬ। ਮਤਲਬ ਲਾਈਟ ਉੱਤੇ ਆ ਕੇ ਗਿਰ ਰਹੀ ਹੈ, ਦੇਖੋ ਜਿਹੜਾ ਇਲੈਕਟ੍ਰੋਨ ਹੈ ਉਹ ਕੰਟੀਨਿਊਸਲੀ ਉਸ ਲਾਈਟ ਨੂੰ ਕੀ ਕਰੀ ਜਾਊਗਾ, ਅਬਜ਼ੌਰਬ ਕਰੀ ਜਾਊਗਾ। ਜੇ ਕੰਟੀਨਿਊਸਲੀ ਅਬਜ਼ੌਰਬ ਕਰ ਰਿਹਾ ਹੈ ਤਾਂ ਚਾਹੇ ਉਹ ਤੇ એનર્ਜੀ ਘੱਟ ਵੀ ਪੈ ਰਹੀ ਹੋਵੇ, ਪਰ ਕਿਸੇ ਟਾਈਮ ਤਾਂ ਉਹਦੀ ਬਾਈਂਡਿੰਗ એનર્ਜੀ ਨਾਲੋਂ ਕੀ ਹੋ ਜੂਗੀ, ਵੱਧ ਜੂਗੀ। ਜ਼ਿਆਦਾ ਹੋ ਜੂਗੀ। ਜਦੋਂ ਹੀ ਜ਼ਿਆਦਾ ਹੋਊਗੀ ਤਾਂ ਉਹ ਚੋਂ ਕੀ ਨਿਕਲ ਜੂਗਾ, ਉਹ ਨਾਲ ਦੀ ਨਾਲ ਹੀ। ਇਲੈਕਟ੍ਰੋਨ ਬਾਹਰ ਨਿਕਲ Photon। ਜੂਗਾ। ਹਾਂ, ਤਾਂ ਇਹਦਾ ਬਾਹਰ ਮਤਲਬ ਤਾਂ ਨਿਕਲੂਗਾ ਜੀ। ਬਾਹਰ ਨਿਕਲੇਗਾ। ਇਹਦਾ ਮਤਲਬ ਇਹ ਹੋਇਆ ਚਾਹੇ ਮੈਂ ਉਹਦੀ ਸੁਟੇਬਲ ਫ੍ਰੀਕੁਐਂਸੀ ਨਾਲੋਂ ਘੱਟ ਫ੍ਰੀਕੁਐਂਸੀ ਵੀ ਮਾਰਦਾ, ਘੱਟ એનર્ਜੀ ਵੀ ਮਾਰਦਾ, ਪਰ ਉੱਥੇ ਹੋਊਗਾ ਕਿ ਉਹ ਘੱਟ એનર્ਜੀ ਨੂੰ ਵੀ ਅਬਜ਼ੌਰਬ ਕਰੀ ਜਾਊਗਾ, ਕਰੀ ਜਾਊਗਾ, ਕਰੀ ਜਾਊਗਾ, ਕਰੀ ਜਾਊਗਾ, ਤੇ ਟਾਈਮ ਲੱਗੂਗਾ ਉਸਨੂੰ, ਥੋੜੇ ਟਾਈਮ ਬਾਅਦ ਕਿੱਥੇ ਨਿਕਲੂਗਾ, ਉਹ ਬਾਹਰ ਆ ਜਾਓ ਸਰ। ਬਾਹਰ ਆ ਜਾਊਗਾ ਨਾ। ਜੇ ਆਪਾਂ ਦੀ ਵੇਵ ਨੇਚਰ ਮੰਨੀਏ, ਜੇ ਲਾਈਟ ਨੂੰ ਐਜ਼ ਵੇਵ ਮੰਨੀਏ, ਤਾਂ ਆਪਾਂ ਨੂੰ ਮੰਨਣਾ ਪੈਣਾ ਹੈ ਕਿ ਜਿਹੜਾ ਇਲੈਕਟ੍ਰੋਨ ਹੈ ਉਸ ਨੂੰ ਅਬਜ਼ੌਰਬ ਕਰੀ ਜਾਊਗਾ, ਤੇ ਜਦ ਤੱਕ ਉਹਦੀ એનર્ਜੀ ਉਹਦੀ ਬਾਈਂਡਿੰਗ એનર્ਜੀ ਨਾਲੋਂ ਜ਼ਿਆਦਾ ਨਹੀਂ ਹੋ ਜਾਂਦੀ, ਉਹ ਚੋਂ ਕੀ ਨਿਕਲ ਜੂਗਾ, ਉਹ ਚੋਂ ਕੀ ਨਿਕਲ ਜੂਗਾ, ਉਹ ਬਾਹਰ ਨਿਕਲ ਜੂਗਾ। ਬਟ ਆਪਣੇ ਐਕਸਪੈਰੀਮੈਂਟ ਲਈ ਕੀ ਫਾਈਂਡ ਕੀਤਾ ਵੀ ਜੇ ਆਪਾਂ ਕੋਈ ਇੱਕ ਮਿਨੀਮਮ ਫ੍ਰੀਕੁਐਂਸੀ ਤੋਂ ਘੱਟ ਫ੍ਰੀਕੁਐਂਸੀ ਮਾਰਦੇ ਹਾਂ, ਚਾਹੇ ਜਿੰਨੇ ਮਰਜ਼ੀ ਟਾਈਮ ਲਈ ਮਾਰ ਲਈ, ਇਲੈਕਟ੍ਰੋਨ ਚੋਂ ਕੀ ਨਹੀਂ ਆਉਂਦਾ,